ਰੋਜ਼ਾਨਾ ਲੋਕ ਨਾਥ ਟੀਵੀ ਦਾ ਵਿਸ਼ੇਸ਼ ਪ੍ਰੋਗਰਾਮ ਖਬਰ ਸਵੇਰ ਦੇਖ ਰਹੇ ਦਰਸ਼ਕਾਂ ਦਾ ਸਵਾਗਤ। ਮੈਂ ਹਾਂ ਸੁਖਵਿੰਦਰ ਸਿੰਘ ਸਿੱਧੂ। ਪ੍ਰੋਗਰਾਮ ਦੇ ਵਿੱਚ ਲੈ ਕੇ ਹਾਜ਼ਰ ਹਾਂ ਪੰਜਾਬ ਦੀ ਸਿਆਸਤ ਦੇ ਨਾਲ ਜੁੜੀਆਂ ਕੁਝ ਵੱਡੀਆਂ ਤੇ ਅਹਿਮ ਖਬਰਾਂ। ਤੁਹਾਨੂੰ ਚੇਤਾ ਹੋਊਗਾ ਕਿ ਅਸੀਂ ਕੁਝ ਦਿਨ ਪਹਿਲਾਂ ਅਰਵਿੰਦ ਕੇਜਰੀਵਾਲ ਭਗਵੰਤ ਮਾਨ ਦੇ ਲਈ ਇੱਕ ਖਬਰ ਕੀਤੀ ਸੀ, ਜਿਹਦੇ ਵਿੱਚ ਕਿਹਾ ਸੀ ਕਿ ਕੁੰਵਰ ਵਿਜੇ ਪ੍ਰਤਾਪ ਜਿਹੜੇ ਆ ਉਹ ਅਰਵਿੰਦ ਕੇਜਰੀਵਾਲ ਭਗਵੰਤ ਮਾਨ ਤੇ ਉਹਨਾਂ ਦੀ ਸਰਕਾਰ ਦੀਆਂ ਜਿਹੜੀਆਂ ਉਹ ਪੁੱਛਾਂ ਝੁਕਾ ਦੇਣਗੇ। ਸ਼ਾਇਦ ਉਦੋਂ ਥੋੜੇ ਦਰਸ਼ਕਾਂ ਨੂੰ ਜਿਹੜੀ ਆ ਉਹ ਖਬਰ ਸਹੀ ਨਹੀਂ ਸੀ ਲੱਗੀ, ਪਰ ਅੱਜ ਵਾਕਈ ਉਹ ਸਹੀ ਹੋ ਗਿਆ ਤੇ ਅਰਵਿੰਦ ਕੇਜਰੀਵਾਲ ਦੇ ਲਈ, ਉਹਨਾਂ ਦੀ ਸਰਕਾਰ ਦੇ ਲਈ, ਭਗਵੰਤ ਮਾਨ ਦੇ ਲਈ ਮੁਸ਼ਕਲਾਤਾਂ ਜਿਹੜੀਆਂ ਕੁੰਵਰ ਵਿਜੇ ਪ੍ਰਤਾਪ ਨੇ ਖੜੀਆਂ ਕਰ ਦਿੱਤੀਆਂ ਨੇ। ਕੀ ਇਹ ਮੁਸ਼ਕਲਾਤਾਂ ਜਿਹੜੀਆਂ ਨੇ ਇਸ ਕਦਰ ਵੱਧ ਜਾਣਗੀਆਂ ਕਿ ਜਿਮਨੀ ਚੋਣ ਦੇ ਅੰਦਰ ਉਹਨਾਂ ਨੂੰ ਖਮਿਆਜਾ ਭੁਗਤਣਾ ਪਊਗਾ, ਜਾਂ ਇਹਨਾਂ ਮੁਸ਼ਕਲਾਤਾਂ ਦੇ ਵਿੱਚੋਂ ਆਮ ਆਦਮੀ ਪਾਰਟੀ ਨਿਕਲ ਸਕੂਗੀ ਜਾਂ ਨਹੀਂ ਨਿਕਲ ਸਕੂਗੀ? ਅੱਗੇ ਕੁੰਵਰ ਵਿਜੇ ਪ੍ਰਤਾਪ ਜਿਹੜੇ ਕੀ ਕਰਨ ਜਾ ਰਹੇ ਨੇ, ਕੀ ਕੁਝ ਕਹਿੰਦੇ ਨੇ ਕੁੰਵਰ ਵਿਜੇ ਪ੍ਰਤਾਪ, ਕਿਹੜੀਆਂ ਪੋਲਾਂ ਜਿਹੜੀਆਂ ਅੰਦਰਲੀਆਂ ਖੋਲ ਦਿੱਤੀਆਂ ਨੇ ਕੁੰਵਰ ਵਿਜੇ ਪ੍ਰਤਾਪ ਨੇ, ਇਹਨਾਂ ਸਾਰੀਆਂ ਖਬਰਾਂ ਤੇ ਵਿਸਤਾਰਪੂਰਵਕ ਚਰਚਾ ਕਰਾਂਗੇ। ਨਾਲ ਹੀ ਨਾਲ ਜਿਹੜੀ ਗੱਲਬਾਤ ਕਰਾਂਗੇ, ਅੱਜ ਭਾਰਤ ਭੂਸ਼ਣ ਆਸ਼ੂ ਦੇ ਸੰਬੰਧੀ ਵੱਡਾ ਫੈਸਲਾ ਆਉਣਾ, ਉਹਨਾਂ ਦੀ ਗ੍ਰਿਫਤਾਰੀ ਸੰਬੰਧੀ ਵੱਡਾ ਫੈਸਲਾ ਆਉਣਾ ਹੈ। ਔਰ ਨਾਲ ਹੀ ਨਾਲ ਇੱਕ ਹੋਰ ਸਾਬਕਾ ਮੰਤਰੀ ਕਾਂਗਰਸ ਦਾ, ਜਿਹਦੇ ਘਰ ਦੇ ਵਿੱਚ ਵਿਜੀਲੈਂਸ ਨੇ ਗਿਣਤੀਆਂ ਮਿਣਤੀਆਂ ਕਰਨੀਆਂ ਸ਼ੁਰੂ ਕਰ ਦਿੱਤੀਆਂ ਨੇ, ਫੀਤੇ ਮਾਰਨੇ ਸ਼ੁਰੂ ਕਰ ਦਿੱਤੇ ਨੇ। ਕੀ ਉਸ ਮੰਤਰੀ ਦਾ ਜਿਹੜਾ ਘਰ ਉਹ ਨਿਲਾਮ ਕੀਤਾ ਜਾਣਾ ਹੈ ਜਾਂ ਕੀ ਕੁਝ ਗੱਲਬਾਤ ਹੈ? ਇਹਨਾਂ ਸਾਰੀਆਂ ਖਬਰਾਂ ਤੇ ਵਿਸਤਾਰਪੂਰਵਕ ਚਰਚਾ, ਔਰ ਨਾਲ ਹੀ ਨਾਲ ਖਬਰਾਂ ਕੁਝ ਹੋਰ ਵੀ ਨੇ ਜਿਨ੍ਹਾਂ ਤੇ ਵਿਸਤਾਰਪੂਰਵਕ ਚਰਚਾ ਕਰਾਂਗੇ। ਚਰਚਾ ਦੇ ਲਈ ਮੇਰੇ ਨਾਲ ਜੁੜੇ ਨੇ ਪ੍ਰੋਫੈਸਰ ਮਨਜੀਤ ਸਿੰਘ ਅਣਖੀ। ਸਭ ਤੋਂ ਪਹਿਲਾਂ ਸਵਾਗਤ ਕਰਦੇ ਹਾਂ, ਫਿਰ ਪ੍ਰੋਗਰਾਮ ਦੀ ਸ਼ੁਰੂਆਤ ਕਰਾਂਗੇ। ਅਣਖ ਸਾਹਿਬ, ਸਵਾਗਤ ਹੈ ਪ੍ਰੋਗਰਾਮ ਦੇ ਵਿੱਚ। ਬਹੁਤ ਬਹੁਤ ਸ਼ੁਕਰੀਆ ਸੁਖਵਿੰਦਰ ਜੀ। ਅਣਖ ਸਾਹਿਬ, ਆਪਾਂ ਜਿੱਦਣ ਕੁੰਵਰ ਵਿਜੇ ਪ੍ਰਤਾਪ ਦੇ ਸੰਬੰਧੀ ਆਪਾਂ ਖਬਰ ਕੀਤੀ ਸੀ, ਸ਼ਾਇਦ ਉਦੋਂ ਬਹੁਤੇ ਦਰਸ਼ਕਾਂ ਨੂੰ ਜਿਹੜੀ ਹੈ ਉਹ ਖਬਰ ਸਹੀ ਨਹੀਂ ਸੀ ਲੱਗੀ, ਪਰ ਉਦਣ ਵੀ ਆਪਾਂ ਠੋਕ ਠੋਕ ਕੇ ਇਹੀ ਗੱਲਾਂ ਕਹਿ ਰਹੇ ਸੀ ਕਿ ਅਸੀਂ 100% ਸਹੀ ਕਹਿ ਰਹੇ ਹਾਂ, ਅਸੀਂ ਤੋਲ ਮੋਲ ਕੇ ਇਹ ਗੱਲ ਕਹਿ ਰਹੇ ਹਾਂ ਔਰ ਸਹੀ ਤੇ ਸਟੀਕ ਜਾਣਕਾਰੀ ਹੀ ਆਪਣੇ ਦਰਸ਼ਕਾਂ ਤੱਕ ਪਹੁੰਚਾ ਰਹੇ ਹਾਂ ਕਿ ਆਉਣ ਵਾਲੇ ਦਿਨਾਂ ਦੇ ਅੰਦਰ ਕੁੰਵਰ ਵਿਜੇ ਪ੍ਰਤਾਪ ਜਿਹੜੇ ਆ ਉਹ ਆਮ ਆਦਮੀ ਪਾਰਟੀ ਦੀਆਂ ਮੁਸ਼ਕਲਾਤਾਂ ਵਧਾ ਸਕਦੇ ਨੇ। ਉਹੀ ਗੱਲ ਹੋਈ, ਪਹਿਲਾਂ ਉਹਨਾਂ ਨੇ ਚਿੱਠੀ ਲਿਖੀ, ਫਿਰ ਥੋੜਾ ਠੰਡੇ ਪਏ, ਫਿਰ ਆਪਾਂ ਕਿਹਾ ਕਿ ਮੁਸ਼ਕਲਾਤਾਂ ਵਧਣਗੀਆਂ, ਕੁੰਵਰ ਵਿਜੇ ਪ੍ਰਤਾਪ ਚੁੱਪ ਕਰਨ ਵਾਲੇ ਨਹੀਂ। ਤਾਂ ਹੁਣ ਕੱਲ ਚੋਣ ਪ੍ਰਚਾਰ ਕਰਦਿਆਂ ਕੁੰਵਰ ਵਿਜੇ ਪ੍ਰਤਾਪ ਨੇ ਵੱਡੀਆਂ ਗੱਲਾਂ ਕਹਿ ਦਿੱਤੀਆਂ, ਆਪਣੀ ਹੀ ਸਰਕਾਰ ਦੀਆਂ ਜਿਹੜੀਆਂ ਪੋਲਾਂ ਖੋਲ ਦਿੱਤੀਆਂ। ਕਿਹੜੀਆਂ ਕਿਹੜੀਆਂ ਉਹ ਪੋਲਾਂ ਖੋਲੀਆਂ, ਕੀ ਕੁਝ ਗੱਲਾਂ ਬਾਤਾਂ ਕੀਤੀਆਂ, ਇਸ ਤੋਂ ਬਾਅਦ ਅੱਗੇ ਬਣੂਗਾ ਕਿ ਉਹ ਤੇ ਆਪਾਂ ਬਾਅਦ ਚ ਗੱਲ ਕਰਦੇ ਹਾਂ। ਪਹਿਲਾਂ ਤਾਂ ਕੁੰਵਰ ਵਿਜੇ ਪ੍ਰਤਾਪ ਕੀ ਕਹਿੰਦੇ ਨੇ, ਆਪਣੀ ਸਰਕਾਰ ਦੀ ਪੋਲ ਕਿਵੇਂ ਖੋਲ ਰਹੇ ਨੇ, ਉਹ ਆਪਾਂ ਜ਼ਰੂਰ ਦੱਸੀਏ। ਸੁਖਵਿੰਦਰ ਜੀ, ਕੁੰਵਰ ਵਿਜੇ ਪ੍ਰਤਾਪ ਦੀ ਅਗਰ ਕਾਰਜਸ਼ੈਲੀ ਦੀ ਗੱਲ ਕਰੀਏ ਤਾਂ ਉਹ ਬਾਕਮਾਲ ਆ ਕਿ ਉਹ ਬੰਦਾ ਵਾਕਿਆ ਸੱਚ ਨੂੰ ਸੱਚ ਕਹਿਣ ਵਾਲਾ ਔਰ ਝੂਠ ਨੂੰ ਝੂਠ ਕਹਿਣ ਵਾਲਾ। ਤੇ ਜੇ ਅਸੀਂ ਇਸ ਤਰੀਕੇ ਨਾਲ ਕਹਿ ਦਈਏ ਕਿ ਵਾਕਈ ਰਾਜਨੀਤੀ ਦੇ ਖੇਤਰ ਵਿੱਚ ਵੀ ਆ ਕੇ ਅਜੇ ਉਹ ਰਾਜਨੀਤੀ ਦੇ ਉਹਨੇ ਗੁਰ ਉਹ ਸਿੱਖੇ ਨਹੀਂ, ਜਿਸ ਤਰੀਕੇ ਨਾਲ ਦੂਜੇ ਲੋਕ ਸਿੱਖ ਜਾਂਦੇ ਆ, ਉਹ ਅਜੇ ਵੀ ਆਪਣੇ ਮੁੱਦਿਆਂ ਤੇ ਪਹਿਰਾ ਦਿੰਦਾ ਖੜਾ ਨਜ਼ਰ ਆਉਂਦਾ। ਕਿਹੜੇ ਪੱਖ ਤੋਂ ਆਉਂਦਾ ਉਹਦੀ ਗੱਲ ਅਸੀਂ ਵਿਸਤਾਰ ਕਰਦੇ ਹਾਂ। ਕੱਲ ਜਿਸ ਤਰੀਕੇ ਨਾਲ ਚੋਣ ਪ੍ਰਚਾਰ ਚੱਲ ਰਿਹਾ ਸੰਗਰੂਰ ਦੀ ਜਿਮਨੀ ਚੋਣ ਵਾਸਤੇ, ਤੇ ਉੱਥੇ ਉਸ ਜਿਮਨੀ ਚੋਣ ਦੇ ਵਿੱਚ ਕੁੰਵਰ ਵਿਜੇ ਪ੍ਰਤਾਪ ਤੇ ਡਾਕਟਰ ਉੱਤਮ ਸਿੰਘ ਨਿੱਜਰ ਬਤੌਰ ਪ੍ਰਚਾਰਕ ਜਾਂਦੇ ਆਪਣੇ ਪਾਰਟੀ ਦੇ ਉਮੀਦਵਾਰ ਗੁਰਮੇਲ ਸਿੰਘ ਦਾ ਪ੍ਰਚਾਰ ਕਰਨ ਵਾਸਤੇ। ਅਤੇ ਗੁਰਮੇਲ ਸਿੰਘ ਦਾ ਪ੍ਰਚਾਰ ਕਰਦੇ ਆ, ਆਮ ਤੌਰ ਤੇ ਤਾਂ ਇਹ ਹੁੰਦਾ, ਮਾਫ ਕਰਦਾ, ਆਮ ਤੌਰ ਤੇ ਇਹ ਹੁੰਦਾ ਕਿ ਜਿਹੜੇ ਇਹੋ ਜਿਹੇ ਪ੍ਰਚਾਰਕ ਜਾਂਦੇ ਨੇ ਦੂਜੀਆਂ ਪਾਰਟੀਆਂ ਦੇ ਉਮੀਦਵਾਰਾਂ ਨੂੰ ਆਪਣੇ ਨਿਸ਼ਾਨੇ ਉੱਤੇ ਲੈਂਦੇ ਆ, ਦੂਜੀਆਂ ਪਾਰਟੀਆਂ ਦੀ ਕਾਰਜਸ਼ੈਲੀ ਨੂੰ ਆਧਾਰ ਬਣਾ ਕੇ ਉਹਨਾਂ ਦੇ ਤੰਜ ਕੱਸਦੇ ਆ। ਪਰ ਕੁੰਵਰ ਵਿਜੇ ਪ੍ਰਤਾਪ ਸਿੰਘ ਹੋਣਾ ਦਾ ਕੱਲ ਦੀ ਜਿਹੜੀ ਭੂਮਿਕਾ ਬੜੀ ਅਲੱਗ ਤਰ੍ਹਾਂ ਦੀ ਭੂਮਿਕਾ, ਜਿੱਥੇ ਉਹਨਾਂ ਨੇ ਬੇਅਦਬੀ ਦੇ ਦੋਸ਼ੀਆਂ, ਮਾਫ ਕਰਨਾ, ਬੇਅਦਬੀਆਂ ਵਾਸਤੇ ਸਿੱਧੇ ਤੌਰ ਤੇ ਬਾਦਲ ਪਰਿਵਾਰ ਨੂੰ ਜ਼ਿੰਮੇਵਾਰ ਠਹਿਰਾਇਆ ਅਤੇ ਦੱਸਿਆ ਕਿ ਉਹ ਜਿਹੜੀ ਸਿੱਟ ਬਣੀ ਸੀ ਜਿਹਦੇ ਵਿੱਚ 5 ਮੈਂਬਰ ਸਨ, 5 ਮੈਂਬਰਾਂ ਦੇ ਵਿੱਚੋਂ 4 ਮੈਂਬਰ ਜਿਹੜੇ ਕੈਪਟਨ ਅਮਰਿੰਦਰ ਸਿੰਘ ਦੇ ਸਮੇਂ ਸਨ, 4 ਮੈਂਬਰ ਉਸ ਸਿੱਟ ਦੇ ਬਾਦਲ ਪਰਿਵਾਰ ਦੇ ਹੱਕ 'ਚ ਬੈਠ ਕੇ ਉਹ ਇਕੱਲੇ ਰਹਿ ਗਏ। ਇਸ ਤੋਂ ਮਗਰ ਉਹਨਾਂ ਨੇ ਇਹ ਵੀ ਗੱਲ ਕਹੀ ਕਿ ਬਾਦਲ ਪਰਿਵਾਰ ਨੂੰ ਬੇਸ਼ੱਕ ਇਹ ਜਿਹੜੀ ਆਮ ਅਦਾਲਤਾਂ ਨੇ ਇਹ ਸਜ਼ਾਵਾਂ ਨਾ ਦੇਣ, ਪਰ ਲੋਕ ਕਚਹਿਰੀਆਂ, ਜਿਹੜੀ ਲੋਕਾਂ ਦੀ ਕਚਹਿਰੀ ਆ, ਉਹਦੇ ਵਿੱਚ ਬਾਦਲ ਪਰਿਵਾਰ ਨੂੰ ਲੋਕਾਂ ਨੇ ਸਜ਼ਾ ਦੇ ਦਿੱਤੀ ਆ, ਜਿਸ ਕਾਰਨ ਬਾਦਲ ਪਰਿਵਾਰ ਲੱਭਦਾ ਨਹੀਂ ਪਿਆ। ਪਰ ਅਜੇ ਵੀ ਇਨਸਾਫ ਹੋਣਾ ਬਾਕੀ ਆ। ਇਹ ਸੀ ਇੱਕ ਪੱਖ ਦੀ ਗੱਲ। ਜਿਹੜੇ ਉਸ ਤੋਂ ਅੱਗੇ ਜਾ ਕੇ ਜੋ ਕੁਝ ਕਿਹਾ ਉਹ ਬਹੁਤ ਧਿਆਨਯੋਗ ਔਰ ਸੁਣਨ ਵਾਲੀ ਗੱਲ ਆ। ਕੁੰਵਰ ਵਿਜੇ ਪ੍ਰਤਾਪ ਨੇ ਇੰਨੀ ਗੱਲ ਕਹੀ ਕਿ ਮੇਰੀ ਆ ਜਿਹੜੀ ਸਰਕਾਰ ਆ, ਆਮ ਆਦਮੀ ਪਾਰਟੀ ਦੀ ਜਿਹੜੀ ਸਰਕਾਰ ਆ, ਇਹਦੇ ਵਿੱਚ ਵੀ ਉਸ ਜਾਂਚ ਅਧਿਕਾਰੀ ਜਿਹੜੇ ਉਸ ਸਿੱਟ ਦੇ ਸਨ, ਉਹਨਾਂ ਦੇ ਵਿੱਚੋਂ ਇੱਕ ਨੂੰ ਖੁਫੀਆ ਵਿੰਗ ਦਾ ਮੁਖੀ ਜਿਹੜਾ ਬਣਾ ਦਿੱਤਾ ਗਿਆ, ਇੱਕ ਨੂੰ ਕਿਤੇ ਹੋਰ ਲਾ ਦਿੱਤਾ ਗਿਆ।
ਤੇ ਇਹ ਉਹ ਅਧਿਕਾਰੀ ਸਨ ਜਿਨ੍ਹਾਂ ਨੇ ਉਸ ਵਕਤ ਜਾਂਚ ਦੇ ਵਿੱਚ ਪੂਰਨ ਤੌਰ ਅੰਮ੍ਰਿਤਸਰ ਤੇ ਦੇ ਪੁਲਿਸ ਯੋਗਦਾਨ ਨਹੀਂ ਕਮਿਸ਼ਨਰ ਦੀ ਕੀਤਾ। ਗੱਲ ਜਿਹੜੀ ਉਹ ਕਰ ਰਹੇ ਨੇ, ਪ੍ਰਬੋਧ ਕੁਮਾਰ ਜਿਹੜੇ ਇੰਟੈਲੀਜੈਂਸ ਵਿੰਗ ਦੇ ਮੁਖੀ ਮੇਰੇ ਖਿਆਲ ਚ ਲੱਗੇ ਨੇ, ਉਹਨਾਂ ਦੀ ਗੱਲ ਕਰ ਰਹੇ ਨੇ। ਔਰ ਅਰਨਪਾਲ ਸਿੰਘ ਜਿਹੜੇ ਜਲੰਧਰ ਦੇ ਮਾਫ ਕਰਨਾ ਅੰਮ੍ਰਿਤਸਰ ਦੇ ਸੀਪੀ ਜਿਹੜੇ ਲੱਗੇ ਆ, ਉਹਨਾਂ ਦੀ ਗੱਲ ਕਰ ਰਹੇ ਆ। ਉਹ ਇਹਨਾਂ ਦੇ ਨਾਲ ਸਿੱਟ ਦੇ ਵਿੱਚ ਸੀ। ਜੀ ਬਿਲਕੁਲ, ਉਹਨਾਂ ਨੇ ਇਹਨਾਂ ਦੋ ਅਧਿਕਾਰੀਆਂ ਦੀ ਗੱਲ ਕਰਦਿਆਂ ਲੋਕਾਂ ਨੂੰ ਇਹ ਵੀ ਗੱਲ ਕਹੀ ਕਿ ਉਹਨਾਂ ਨੇ ਇਹਦੇ ਸੰਬੰਧੀ ਇਤਰਾਜ਼ ਲਿਖਤੀ ਤੌਰ ਤੇ ਪੰਜਾਬ ਵਿਧਾਨ ਦੇ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ, ਭਗਵੰਤ ਮਾਨ ਹੋਣਾ ਨੂੰ ਲਿਖ ਕੇ ਭੇਜੇ ਸੀ, ਪਰ ਸਰਕਾਰ ਨੇ ਅਜੇ ਤੱਕ ਇਹਦੇ ਸੰਬੰਧੀ ਕੋਈ ਵੀ ਕਾਰਵਾਈ ਜਿਹੜੀ ਨਹੀਂ ਕੀਤੀ। ਪਰ ਉਹਨਾਂ ਨੇ ਨਾਲ ਅੱਗੇ ਇਹ ਗੱਲ ਕਹੀ ਕਿ ਮੈਂ ਭਵਿੱਖ ਵਿੱਚ ਜਿੰਨਾ ਚਿਰ ਤੱਕ ਬੇਅਦਬੀ ਦੇ ਦੋਸ਼ੀਆਂ ਨੂੰ ਸਜ਼ਾਵਾਂ ਨਹੀਂ ਦਿੱਤੀਆਂ ਜਾਂਦੀਆਂ, ਉਹਨਾਂ ਚਿਰ ਤੱਕ ਮੈਂ ਲੜਦਾ ਰਹਾਂਗਾ, ਉਹਨਾਂ ਚਿਰ ਤੱਕ ਮੈਂ ਆਪਣੀ ਸਰਕਾਰ ਨੂੰ ਵੀ ਉਸ ਦੀ ਜ਼ਿੰਮੇਵਾਰੀ ਦਾ ਅਹਿਸਾਸ ਜਿਹੜਾ ਕਰਵਾਵਾਂਗਾ। ਹੁਣ ਸੁਖਵਿੰਦਰ ਜੀ, ਇਹ ਜਿਹੜੇ ਦੋ ਸਟੇਟਮੈਂਟਾਂ ਨੇ ਇਹ ਬਹੁਤ ਮਹੱਤਵਪੂਰਨ ਹੈ, ਖਾਸ ਤੌਰ ਤੇ ਉਦੋਂ ਸਟੇਟਮੈਂਟ ਜਦੋਂ ਉਹਨਾਂ ਨੇ ਪਹਿਲਾਂ ਚਿੱਠੀ ਲਿਖ ਕੇ ਦਿੱਤੀਆਂ ਸੀ, ਜਦੋਂ ਪੋਸਟ ਪਾਈ ਸੀ ਫੇਸਬੁੱਕ ਦੇ ਉੱਪਰ, ਉਦੋਂ ਇਹਨਾਂ ਦੀਆਂ ਇਹ ਲਾਈਨਾਂ ਜਿਹੜੀਆਂ ਆਫੀਸਰਸ ਦੀਆਂ ਤੈਨਾਤੀ ਵਾਲੀਆਂ ਸੀਗੀਆਂ, ਚਾਹੇ ਉਹ ਅਰੁਣਪਾਲ ਵਾਲੀ ਹੋਵੇ ਚਾਹੇ ਪ੍ਰਬੋਧ ਕੁਮਾਰ ਵਾਲੀ ਹੋਵੇ, ਉਦੋਂ ਜਿਹੜੀ ਉਹ ਕੁਝ ਹੀ ਮਿੰਟਾਂ ਦੇ ਵਿੱਚ ਇਹਨਾਂ ਤੋਂ ਡਿਲੀਟ ਕਰਵਾ ਦਿੱਤੀਆਂ ਗਈਆਂ ਸੀ ਉਹ ਲਾਈਨਾਂ। ਪਰ ਹੁਣ ਕਿਤੇ ਨਾ ਕਿਤੇ ਦੁਬਾਰਾ ਉਹਨਾਂ ਲਾਈਨਾਂ ਨੂੰ ਦੁਹਰਾਉਣਾ, ਪਹਿਲਾਂ ਜਦੋਂ ਉਹ ਡਿਲੀਟ ਕਰਵਾਈਆਂ ਗਈਆਂ ਸੀ, ਕੁਮਰ ਵਿਜੇ ਨੂੰ ਪਤਾ ਹੈ ਕਿ ਪਾਰਟੀ ਇਹਨਾਂ ਲਾਈਨਾਂ ਤੋਂ ਸੰਤੁਸ਼ਟ ਨਹੀਂ, ਔਰ ਜਿਮਨੀ ਚੋਣ ਦੇ ਅੰਦਰ ਜਾ ਕੇ ਉਹੀ ਲਾਈਨ ਫਿਰ ਤੋਂ ਦੁਹਰਾਉਣੀ, ਕਿਤੇ ਨਾ ਕਿਤੇ ਸਬਰ ਦਾ ਬੰਨ ਟੁੱਟ ਚੁੱਕਿਆ ਕੁਮਰ ਵਿਜੇ ਪ੍ਰਤਾਪ ਦਾ, ਆਪਾਂ ਕਹਿ ਸਕਦੇ ਹਾਂ। ਇਹ ਸਬਰ ਦਾ ਬੰਨ ਟੁੱਟ ਚੁੱਕਾ, ਔਰ ਉਹਦੇ ਨਾਲ ਹੀ ਨਾਲ ਉਸ ਬੰਦੇ ਦੀ ਉਸ ਹਿੰਮਤ ਨੂੰ ਵੇਖੋ ਕਿ ਜਦੋਂ ਤੁਹਾਡਾ ਸੁਪਰੀਮੋ ਉਸ ਵਕਤ ਤੁਹਾਡੇ ਉਸ ਖੇਤਰ 'ਚ ਆ, ਤੁਹਾਡੇ ਉਮੀਦਵਾਰ ਦਾ ਸਭ ਕੁਝ ਦਾਅ ਤੇ ਲੱਗਾ, ਤੇ ਤੁਸੀਂ ਆਪਣੇ ਉਮੀਦਵਾਰ ਦੇ ਹੱਕ ਵਿੱਚ ਪ੍ਰਚਾਰ ਕਰਦੇ ਸਮੇਂ ਨਾਲ ਹੀ ਆਪਣੀ ਸਰਕਾਰ ਨੂੰ ਨਿਸ਼ਾਨੇ ਤੇ ਲੈ ਰਹੇ ਜੀ। ਇਸ ਦਾ ਸਾਫ਼ ਅਰਥ ਇਹ ਆ ਕਿ ਜਿੱਥੇ ਉਹਨਾਂ ਦੇ ਸਬਰ ਦਾ ਮਨ ਟੁੱਟ ਚੁੱਕਾ, ਉੱਥੇ ਨਾਲ ਹੀ ਉਹ ਕੁਝ ਵੱਡਾ ਕਰਨ ਦੇ ਰੌਂਦ ਦੇ ਵਿੱਚ ਨਜ਼ਰ ਆ ਰਹੇ ਆ। ਅਜੇ ਤੱਕ ਜਿਸ ਤਰੀਕੇ ਨਾਲ ਬੰਦਾ ਕਹਿੰਦਾ ਕਿ ਮੈਂ ਤੁਹਾਨੂੰ ਮੌਕਾ ਦਿੰਦਾ, ਮੈਂ ਤੁਹਾਨੂੰ ਮੌਕਾ ਦਿੰਦਾ, ਤੇ ਇਹੋ ਜਿਹੇ ਪਲੇਟਫਾਰਮ ਤੇ ਆ ਕੇ ਜੇਕਰ ਕੰਵਰ ਵਿਜੇ ਪ੍ਰਤਾਪ ਸਿੰਘ ਬੋਲਦੇ ਨੇ ਤਾਂ ਫਿਰ ਸਬਰ ਦਾ ਬੰਨ ਮਤਲਬ ਸਬਰ ਦਾ ਬੰਨ ਟੁੱਟ ਚੁੱਕਾ ਨਹੀਂ। ਇਹ ਗੱਲ ਕਹੋ ਕਿ ਕੁਝ ਹੋਰ ਵੱਡਾ ਵਾਲਾ ਆ ਜਿਹੜਾ ਆਉਂਦੇ ਦਿਨਾਂ 'ਚ ਸਾਨੂੰ ਵੇਖਣ ਨੂੰ ਮਿਲੇਗਾ। ਉਹ ਕੀ ਹੋ ਸਕਦਾ? ਜਾਂ ਤੇ ਇਹ ਹੋ ਸਕਦਾ ਕਿ ਉਹ ਅਸਤੀਫਾ ਦੇ ਦੇਣਗੇ ਜੇਕਰ ਆਉਂਦਿਆਂ ਦਿਨਾਂ ਦੇ ਵਿੱਚ ਕੈਬਨਿਟ ਦੇ ਵਿਸਥਾਰ ਤੋਂ ਬਾਅਦ ਤੇ ਵਿਧਾਨ ਸਭਾ ਦੇ ਸੈਸ਼ਨ ਤੋਂ ਬਾਅਦ ਜੇਕਰ ਇਸ ਪਾਸੇ ਕੋਈ ਕਾਰਵਾਈ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਨਹੀਂ ਕੀਤੀ ਜਾਂਦੀ ਤਾਂ ਕਿਸੇ ਸਖਤ ਸਟੈਂਡ ਦੀ ਜਿਹੜੀ ਆਸ ਆ ਕੇਜਰੀਵਾਲ ਕੋਲੋਂ ਆਪਾਂ ਸੋਚ ਸਕਦੇ ਹਾਂ, ਮਾਫ ਕਰਨਾ ਕੰਵਰ ਵਿਜੇ ਪ੍ਰਤਾਪ ਵੱਲੋਂ ਕੋਈ ਸਖਤ ਸਟੈਂਡ ਲੈਣ ਦੀ ਆਸ ਅਸੀਂ ਵੇਖ ਸਕਦੇ ਹਾਂ ਕਿ ਭਵਿੱਖ ਦੇ ਵਿੱਚ ਕੋਈ ਸਖਤ ਸਟੈਂਡ ਜਿਹੜਾ ਉਹ ਲੈਂਦੇ ਨਜ਼ਰ ਆਉਣਗੇ। ਕਿਉਂਕਿ ਇਹ ਬੇਅਦਬੀਆਂ ਦਾ ਜਿਹੜਾ ਮੁੱਦਾ ਮੈਨੂੰ ਇਸ ਤਰ੍ਹਾਂ ਲੱਗਦਾ ਕਿ ਕੰਵਰ ਵਿਜੇ ਪ੍ਰਤਾਪ ਸਿੰਘ ਇਹਦੇ ਨਾਲ ਇੱਕ ਭਾਵਨਾਤਮਕ ਪੱਧਰ ਤੇ ਜੁੜੇ ਆ, ਤਾਂ ਕਿਸੇ ਵੀ ਜੁੜੇ ਹੋਏ ਵਿੱਚ ਜਿਨ੍ਹਾਂ ਨੇ ਅਣਖੀ ਸਾਹਿਬ ਇੰਨਾ ਵੱਡਾ ਅਹੁਦਾ ਆਈਜੀ ਦਾ ਅਹੁਦਾ ਛੱਡਦਾ, ਔਰ ਕਈ ਸਾਲ ਨੌਕਰੀ ਪਈ, ਜੇ ਨਹੀਂ ਕਿ ਸਾਲ 2 ਸਾਲ ਰਹਿੰਦੇ ਸੀਗੇ, ਉਹਨਾਂ ਨੂੰ ਪਤਾ ਹੀ ਸੀਗਾ ਨੌਕਰੀ ਵੀ ਹਲੇ ਲੰਬਾ ਅਰਸਾ ਉਹਨਾਂ ਦਾ ਪਿਆ ਸੀਗਾ, ਤੇ ਕਈ ਹੋਰ ਉੱਚ ਅਹੁਦਿਆਂ ਤੇ ਉਹਨਾਂ ਨੇ ਜਾਣਾ ਸੀ। ਹੋ ਸਕਦਾ ਕਿ ਡੀਜੀਪੀ ਪੰਜਾਬ ਤੱਕ ਵੀ ਉਹ ਪਹੁੰਚ ਜਾਂਦੇ, ਪਰ ਉਹਨਾਂ ਨੇ ਨੌਕਰੀ ਦਾ ਤਿਆਗ ਦੇਣਾ ਜ਼ਰੂਰੀ ਸਮਝਿਆ। ਔਰ ਅਣਖੀ ਸਾਹਿਬ ਇਹ ਗੱਲ ਇੱਥੇ ਹੀ ਨਹੀਂ ਰੁਕੇਗੀ, ਮੈਨੂੰ ਲੱਗਦਾ ਕਿ ਕੁਮਰ ਵਿਜੇ ਪ੍ਰਤਾਪ ਸਿਰਫ ਇਹ ਬਿਆਨਬਾਜ਼ੀ ਕਰਕੇ ਹੀ ਨਹੀਂ ਰੁਕਣ ਵਾਲੀ। ਆਉਣ ਵਾਲੇ ਦਿਨਾਂ ਦੇ ਵਿੱਚ ਮੁਸ਼ਕਲਾਤਾਂ ਇਸ ਤੋਂ ਵੀ ਜ਼ਿਆਦਾ ਪੱਧਰ ਤੇ ਵਧਣ ਵਾਲੀਆਂ ਨੇ। ਆਮ ਆਦਮੀ ਪਾਰਟੀ ਦੀਆਂ ਪੋਲਾਂ ਜਿਹੜੀਆਂ ਉਹ ਖੁੱਲਣ ਵਾਲੀਆਂ ਨੇ। ਹਾਲਾਂਕਿ ਅਰਵਿੰਦ ਕੇਜਰੀਵਾਲ ਜਿਹੜੇ ਉਹ ਵਾਰ-ਵਾਰ ਕੁਮਰ ਵਿਜੇ ਪ੍ਰਤਾਪ ਦਾ ਹਵਾਲਾ ਦੇ ਕੇ ਇਹ ਗੱਲਾਂ ਕਹਿੰਦੇ ਹੁੰਦੇ ਸੀਗੇ, ਜਦੋਂ 에ਅਰਪੋਰਟ ਤੇ ਆਏ, ਤੁਹਾਨੂੰ ਚੇਤਾ ਹੋਊਗਾ, ਵਾਰ-ਵਾਰ ਉਹ ਵਾਇਰਲ ਬਿਆਨ ਹੋਇਆ, ਨਵਜੋਤ ਸਿੰਘ ਸਿੱਧੂ ਨੇ ਵੀ ਕੀਤਾ ਕਿ ਇਹ ਭਾਈ ਜਿਹੜਾ 24 ਘੰਟਿਆਂ ਦੇ ਵਿੱਚ ਇਨਸਾਫ ਜੇ ਚਾਹਣ ਸਰਕਾਰਾਂ ਤਾਂ ਹੋ ਸਕਦੀ ਹੈ ਬੇਅਦਬੀ ਦਾ ਤੇ ਗੋਲੀ ਕਾਂਡਾ ਦਾ। ਇਹ ਅਰਵਿੰਦ ਕੇਜਰੀਵਾਲ ਦੀ ਵਰਡਿੰਗ ਸੀ। ਮੈਂ ਦੁਬਾਰਾ ਦੱਸ ਦਿੰਦਾ, ਅਰਵਿੰਦ ਕੇਜਰੀਵਾਲ ਕਹਿੰਦੇ ਸੀ ਜੇ ਸਰਕਾਰਾਂ ਦੀ ਇਹ ਨੀਅਤ ਹੋਵੇ ਤਾਂ 24 ਘੰਟਿਆਂ ਦੇ ਅੰਦਰ ਅੰਦਰ ਗੋਲੀ ਕਾਂਡ ਤੇ ਬੇਅਦਬੀਆਂ ਦਾ ਇਨਸਾਫ ਜਿਹੜਾ ਉਹ ਹੋ ਸਕਦਾ ਹੈ। ਪਰ ਚੰਨੀ ਸਰਕਾਰ, ਉਦੋਂ ਚੰਨੀ ਸਰਕਾਰ ਸੀਗੀ ਪੰਜਾਬ ਦੇ ਅੰਦਰ, ਵੋਟਾਂ ਤੋਂ ਕੁਝ ਹੀ ਦਿਨ ਪਹਿਲਾਂ ਦੀ ਗੱਲ ਹੈ, ਤੇ ਕਹਿੰਦੇ ਪਰ ਚੰਨੀ ਸਰਕਾਰ ਜਿਹੜੀ ਹੈ ਉਹ ਸਹੀ ਤਰੀਕੇ ਦੇ ਨਾਲ ਇਹ ਦੋਸ਼ੀਆਂ ਨੂੰ ਸਜ਼ਾ ਨਹੀਂ ਦਿਵਾਉਣਾ ਚਾਹੁੰਦੀ, ਜਿਹਦੇ ਕਰਕੇ ਦੋਸ਼ੀ ਹਲੇ ਵੀ ਬਾਹਰ ਫਿਰਦੇ ਨੇ। ਉਹਨਾਂ ਨੇ ਕਿਹਾ ਕਿ ਸਬੂਤ ਸਾਰੇ ਇਕੱਠੇ ਹੋਏ ਨੇ, ਔਰ ਉਹਨਾਂ ਨੇ ਇਹ ਵੀ ਗੱਲ ਕਹੀ ਹੈ ਕਿ ਸਾਡੇ ਜਿਹੜੇ ਉਮੀਦਵਾਰ ਨੇ ਉਦੋਂ ਹਲੇ ਉਮੀਦਵਾਰ ਸੀ, ਐਮਐਲਏ ਨਹੀਂ ਸੀ ਬਣੇ। ਕੁਮਰ ਵਿਜੇ ਪ੍ਰਤਾਪ ਨੇ ਜਿਹੜੀ ਹੈ ਉਹ ਜਾਂਚ ਕੀਤੀ ਹੈ, ਸਾਰੇ ਸਬੂਤ ਇਕੱਠੇ ਨੇ, ਸਿਰਫ ਔਰ ਸਿਰਫ ਹੁਣ ਤਾਂ ਅਮਲ ਕਰਨਾ ਹੀ ਬਾਕੀ ਹੈ। ਤੇ ਹੁਣ 3 ਮਹੀਨੇ ਗੁਜ਼ਰ ਚੁੱਕੇ ਨੇ, ਕਈ 24 ਘੰਟੇ ਲੰਘ ਚੁੱਕੇ ਨੇ, ਔਰ ਜਿਹਦੇ ਦਮ ਦੇ ਉੱਪਰ ਦਮਗਜੇ ਮਾਰਦੇ ਸੀ ਅਰਵਿੰਦ ਕੇਜਰੀਵਾਲ, ਹੁਣ ਤਾਂ ਉਹ ਵੀ ਪਿੱਟ ਕੇ ਕਹਿਣ ਲੱਗ ਗਏ ਨੇ ਕਿ ਭਾਈ ਸਾਡੀ ਸਰਕਾਰ ਦੇ ਵਿੱਚ ਇਹਨਾਂ ਮਾਮਲਿਆਂ ਦੀ ਜਿਹੜੀ ਪੈਰਵਾਈ ਸਹੀ ਤਰੀਕੇ ਦੇ ਨਾਲ ਨਹੀਂ ਹੋ ਰਹੀ। ਤਾਂ ਕੀ ਲੱਗਦਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ
ਪਹਿਲਾਂ ਤਾਂ ਠੀਕ ਹੈ ਉਹਨਾਂ ਨੇ ਲਾਈਨਾਂ ਡਿਲੀਟ ਕਰਵਾਤੀਆਂ, ਪਰ ਜਿਸ ਤਰੀਕੇ ਨਾਲ ਦੁਬਾਰਾ ਦੁਹਰਾਤੀਆਂ, ਆਉਣ ਵਾਲੇ ਦਿਨਾਂ ਦੇ ਵਿੱਚ ਆਮ ਆਦਮੀ ਪਾਰਟੀ, ਅਰਵਿੰਦ ਕੇਜਰੀਵਾਲ ਤੇ ਭਗਵੰਤ ਮਾਨ ਦੀਆਂ ਜਿਹੜੀਆਂ ਮੁਸ਼ਕਲਾਤਾਂ ਹੋਰ ਵਧਾ ਸਕਦੇ ਆ ਜਿਹੜੇ ਆਪਣੇ ਕੁੰਵਰ ਵਿਜੇ ਪ੍ਰਤਾਪ ਨੇ। ਦੇਖੋ ਜਿਹੋ ਜੀ ਸਥਿਤੀ ਜਿਹੜੀ ਨਜ਼ਰ ਆ ਰਹੀ ਆ ਕਿ ਜਿਹੜਾ ਵਿਅਕਤੀ ਕੱਲ ਚੋਣ ਪ੍ਰਚਾਰ ਦੇ ਮੌਕੇ ਤੇ ਜਦੋਂ ਆਮ ਆਦਮੀ ਪਾਰਟੀ ਦਾ ਸਭ ਕੁਝ ਦਾਅ ਤੇ ਲੱਗਾ ਤੇ ਉੱਥੇ ਜਾ ਕੇ ਉਹ ਵਿਅਕਤੀ ਬੇਖੌਫ ਹੋ ਕੇ ਬੋਲਦਾ, ਤਾਂ ਫਿਰ ਆਉਂਦਿਆਂ ਦਿਨਾਂ 'ਚ ਇਸ ਤੋਂ ਵੀ ਵੱਡੀ ਚੀਜ਼ ਦੀ ਆਸ ਜਿਹੜੀ ਆ ਉਹ ਰੱਖੀ ਜਾ ਸਕਦੀ ਹੈ ਕਿ ਕੁਝ ਨਾ ਕੁਝ ਉਹ ਕਰਨਗੇ ਜ਼ਰੂਰ, ਕਿਉਂਕਿ ਸਬਰ ਦਾ ਪਿਆਲਾ ਜਿਸ ਤਰੀਕੇ ਨਾਲ ਤੁਸੀਂ ਕਿਹਾ ਕਿ ਭਰ ਚੁੱਕਾ। ਬੰਦੇ ਨੇ ਪੋਸਟਰ ਡਿਲੀਟ ਕੀਤੀ, ਹੁਣ ਕੱਲ ਬਕਾਇਦਾ ਉਸ ਸਮੇਂ ਕਿ ਜਦੋਂ ਸੁਪਰੀਮੋ ਤੁਹਾਡਾ ਉਸ ਇਲਾਕੇ 'ਚ ਪ੍ਰਚਾਰ ਕਰ ਰਿਹਾ, ਤੁਸੀਂ ਪ੍ਰਚਾਰ ਕਰ ਦਿੰਦੇ ਜੀ, ਤੇ ਨਾਲ ਹੀ ਨਾਲ ਜੇਕਰ ਤੁਸੀਂ ਆਪਣੀ ਸਰਕਾਰ ਦੇ ਉੱਤੇ ਇੱਕ ਪ੍ਰਸ਼ਨ ਚਿੰਨ੍ਹ ਉਠਾ ਦਿੰਦੇ ਜੀ, ਤਾਂ ਸੁਖਵਿੰਦਰ ਜੀ ਇਸ ਦਾ ਸਾਫ਼ ਅਰਥ ਇਹੋ ਹੀ ਨਿਕਲਦਾ ਕਿ ਆਉਂਦੇ ਸਮੇਂ ਦੇ ਵਿੱਚ ਭਗਵੰਤ ਸਿੰਘ ਮਾਨ ਦੀਆਂ, ਅਰਵਿੰਦ ਕੇਜਰੀਵਾਲ ਦੀਆਂ ਤੇ ਆਮ ਆਦਮੀ ਪਾਰਟੀ ਦੀ ਸਰਕਾਰ ਦੀਆਂ ਮੁਸ਼ਕਲਾਂ ਜੇਕਰ ਕੰਵਰ ਵਿਜੇ ਪ੍ਰਤਾਪ ਸਿੰਘ ਦੇ ਅਨੁਸਾਰ ਇਹ ਨਹੀਂ ਕਰਦੇ ਤਾਂ ਫਿਰ ਮੁਸ਼ਕਲਾਂ ਜ਼ਰੂਰ ਵਧਣਗੀਆਂ। ਉਹ ਮੁਸ਼ਕਲਾਂ ਕਿੱਥੋਂ ਤੱਕ ਜਾਣਗੀਆਂ? ਬੜੇ ਵੱਡੇ ਪੱਧਰ ਤੇ ਜਾ ਸਕਦੀਆਂ। ਬਾਰ-ਬਾਰ ਅਸੀਂ ਗੱਲ ਕਰਦੇ ਹਾਂ ਕਿ ਇਹ ਉਹ ਵਿਅਕਤੀ ਹੈ ਕਿ ਜਿਸਨੇ ਇੱਕ ਮਾਣਮੱਤੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ, ਤਾਂ ਫਿਰ ਉਹਦੇ ਵਾਸਤੇ ਵਿਧਾਇਕ ਤੋਂ ਮੁਕਤ ਹੋਣਾ ਕੋਈ ਵੱਡੀ ਗੱਲ ਨਹੀਂ। ਜਿਹੜਾ ਵਿਅਕਤੀ ਮੁੱਦਿਆਂ ਦੇ ਆਧਾਰ ਤੇ ਰਾਜਨੀਤੀ ਕਰਦਾ ਹੋਵੇ ਤਾਂ ਫਿਰ ਉਹਨਾਂ ਨੂੰ ਨਫੇ ਨੁਕਸਾਨ ਤੋਂ ਉੱਤੇ ਉੱਠ ਕੇ ਉਹ ਵਿਅਕਤੀ ਗੱਲ ਕਰਦਾ। ਇਹੋ ਜੀ ਕਾਰਜਸ਼ੈਲੀ ਜਿਹੜੀ ਆ ਨਵਜੋਤ ਸਿੰਘ ਸਿੱਧੂ ਦੀ ਵੀ ਵੇਖੀ ਆ, ਇਹੋ ਜੀ ਕਾਰਜਸ਼ੈਲੀ ਅਸੀਂ ਹੁਣ ਇਸ ਮੁੱਦੇ ਤੇ ਵੀ ਵੇਖ ਰਹੇ ਹਾਂ। ਹੁਣ ਆਉਣ ਵਾਲਾ ਸਮਾਂ ਦੱਸੇਗਾ ਕਿ ਭਗਵੰਤ ਸਿੰਘ ਮਾਨ ਇਸ ਆਪਣੇ ਖਿਲਾਫ ਇਸ ਉੱਠਦਾ ਜਿਹੜਾ ਅਸੀਂ ਕਹਿ ਸਕਦੇ ਤੂਫਾਨ ਆ, ਇਹਨੂੰ ਕਿਸ ਹੱਦ ਤੱਕ ਸ਼ਾਂਤ ਕਰਨ ਵਿੱਚ ਸਫਲ ਹੁੰਦੇ ਆ ਜਾਂ ਅਸਫਲ ਹੁੰਦੇ ਆ, ਕਿਉਂਕਿ ਲੋਕਾਂ ਦੀਆਂ ਭਾਵਨਾਵਾਂ ਜਿਹੜੀਆਂ ਸੁਖਵਿੰਦਰ ਜੀ ਬੇਅਦਬੀ ਦੇ ਮੁੱਦੇ ਤੇ ਪੂਰਨ ਤੌਰ ਤੇ ਅਜੇ ਉਸੇ ਤਰੀਕੇ ਨਾਲ ਜੁੜੀਆਂ ਨੇ ਜਿਸ ਤਰ੍ਹਾਂ 2012 ਚ ਜੁੜੀਆਂ ਨੇ। ਲੋਕ ਅਜੇ ਤੱਕ ਬੁਰਜ ਜਵਾਹਰ ਸਿੰਘ ਵਾਲਾ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਦੇ ਖਿਲਰੇ ਅੰਗਾਂ ਨੂੰ ਅਜੇ ਤੱਕ ਭੁੱਲੇ ਨਹੀਂ ਤੇ ਸ਼ਾਇਦ ਕਦੇ ਭੁੱਲਣਗੇ ਵੀ ਨਹੀਂ। ਤੇ ਉਸ ਸਾਰੇ ਕਾਸੇ ਦੇ ਜ਼ਿੰਮੇਵਾਰ ਜਿਹੜੇ ਵਿਅਕਤੀ ਸਨ, ਲੋਕਾਂ ਨੇ 2017 ਚ ਵੀ ਸਜ਼ਾ ਦਿੱਤੀ ਤੇ 2022 ਦੇ ਵਿੱਚ ਵੀ ਦਿੱਤੀ। ਤੇ ਜੇਕਰ ਆਮ ਆਦਮੀ ਪਾਰਟੀ ਔਰ ਗੱਲ ਇਹ ਆ ਕਿ ਆਪਾਂ ਵਾਰ-ਵਾਰ ਗੱਲਾਂ ਕਰਦੇ ਰਹੇ ਹਾਂ ਕਿ ਅਰਦਾਸ ਨੇ ਕੰਮ ਕੀਤਾ, ਤੇ ਜੇ ਇਹਨਾਂ ਨੇ ਵੀ ਉਹੀ ਕੰਮ ਕੀਤਾ, ਸਿਰਫ ਸਿਆਸਤ ਹੀ ਖੇਡੀ, ਤਾਂ ਅਰਦਾਸ ਜਿਹੜੀ ਆ ਉਹ ਗੁਰੂ ਮਹਾਰਾਜ ਜਿਹੜੇ ਆ ਇਹਨਾਂ ਨੂੰ ਵੀ ਸਜ਼ਾ ਜਿਹੜੀ ਦੇ ਸਕਦੇ। ਔਰ ਦੂਜੇ ਪਾਸੇ ਜਿਸ ਤਰੀਕੇ ਦੇ ਨਾਲ ਬਾਰ-ਬਾਰ ਰੌਲਾ ਰੱਪਾ ਪਾ ਰਹੇ ਨੇ ਕੁੰਵਰ ਵਿਜੇ ਪ੍ਰਤਾਪ ਆਪਣੀ ਸਰਕਾਰ ਦੇ ਵਿੱਚ ਹੋਣ ਦੇ ਬਾਵਜੂਦ, ਚਾਹੀਦਾ ਤਾਂ ਇਹ ਸੀਗਾ ਕਿ ਇਹਨਾਂ ਨੂੰ ਜ਼ਿੰਮੇਵਾਰੀ ਸੌਂਪ ਦਿੰਦੇ ਕਿ ਭਾਈ ਤੁਹਾਡੀ ਅਗਵਾਈ ਦੇ ਵਿੱਚ ਇਸ ਪੂਰੇ ਮਾਮਲੇ ਦੀ ਜਿਹੜੀ ਆ ਉਹ ਕਾਰਵਾਈ ਹੋਊਗੀ ਔਰ ਇਹ ਤੁਹਾਡੀ ਦੇਖ ਰੇਖ ਦੇ ਵਿੱਚ ਇਹ ਪੂਰੀ ਪੈਰਵਾਈ ਹੋਊਗੀ, ਤਾਂ ਇਹਨਾਂ ਨੂੰ ਨਹੀਂ ਸੌਂਪੇਗਾ। ਜਦ ਕਿ ਇਹਨਾਂ ਦੇ ਦਮ ਦੇ ਉੱਪਰ ਹੀ ਇਹ ਪੂਰਾ ਜਿਹੜਾ ਮੁੱਦਾ ਇਹ ਪੂਰਾ ਜਿਹੜਾ ਟਿਕਿਆ ਹੋਇਆ ਸੀ, ਇਨਸਾਫ ਵੀ। ਔਰ ਦੂਜੀ ਗੱਲ ਇਹ ਹੈ ਕਿ ਇਸੇ ਮੁੱਦੇ ਦੇ ਉੱਪਰ ਅਰਵਿੰਦ ਕੇਜਰੀਵਾਲ ਨੇ, ਭਗਵੰਤ ਮਾਨ ਨੇ ਪੂਰਾ ਦਾਅ ਖੇਡਿਆ ਸੀਗਾ ਕੁੰਵਰ ਵਿਜੇ ਪ੍ਰਤਾਪ ਦੇ ਉੱਪਰ, ਤਾਂ ਚਾਹੀਦਾ ਇਹ ਸੀ ਕਿ ਇਹਨਾਂ ਨੂੰ ਜ਼ਿੰਮੇਵਾਰੀ ਸੌਂਪ ਦਿੱਤੀ ਜਾਂਦੀ। ਤਾਂ ਲੱਗਦਾ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜਾ ਹੋਰ ਮੁਸ਼ਕਲਾਤਾਂ ਜਾਂ ਆਪਾਂ ਕਹਿ ਲਓ ਕਿ ਅਰਦਾਸ ਗੁਰੂ ਮਹਾਰਾਜ ਜਿਹੜੇ ਸਜ਼ਾ ਫਿਰ ਇਹਨਾਂ ਨੂੰ ਵੀ ਦੇ ਦੇਣਗੇ। ਔਰ ਜਿਸ ਤਰੀਕੇ ਦੇ ਨਾਲ ਬੇਵੱਸੀ ਸਾਬਤ ਕਰ ਰਹੇ ਨੇ ਕੁੰਵਰ ਵਿਜੇ ਪ੍ਰਤਾਪ, ਲੱਗਦਾ ਹੈ ਕਿ ਦਾਲ 'ਚ ਕੁਝ ਕਾਲਾ ਜ਼ਰੂਰ ਹੈਗਾ। ਬਿਲਕੁਲ ਦਾਲ 'ਚ ਕਾਲਾ ਨਹੀਂ, ਦਾਲ ਹੀ ਕਾਲੀ ਲੱਗਦੀ ਆ। ਕਾਰਨ ਉਸ ਦਾ ਇਹ ਹੈ ਕਿ ਕੰਵਰ ਵਿਜੇ ਪ੍ਰਤਾਪ ਸਿੰਘ ਵੱਲੋਂ ਇੰਨੀ ਵਾਰੀ ਇਸ ਮੁੱਦੇ ਨੂੰ ਉਠਾਏ ਜਾਣ ਦੇ ਬਾਵਜੂਦ ਅਜੇ ਤੱਕ ਆਮ ਆਦਮੀ ਪਾਰਟੀ ਦੀ ਸਰਕਾਰ ਜਾਂ ਉਹਦੇ ਬੁਲਾਰੇ ਵੱਲੋਂ ਜਾਂ ਭਗਵੰਤ ਸਿੰਘ ਮਾਨ ਵੱਲੋਂ ਕਦੇ ਵੀ ਕੋਈ ਸਪਸ਼ਟੀਕਰਨ ਜਿਹੜਾ ਬਿਲਕੁਲ ਨਹੀਂ ਦਿੱਤਾ ਗਿਆ ਕਿ ਕੰਵਰ ਵਿਜੇ ਪ੍ਰਤਾਪ ਸਿੰਘ ਹੁਣੀ ਜੋ ਕਹਿ ਰਹੇ ਆ ਉਹਦੇ ਅਨੁਸਾਰ ਅਸੀਂ ਇਦਾਂ ਕਰਾਂਗੇ ਜਾਂ ਨਹੀਂ ਕਰਾਂਗੇ। ਕਦੇ ਵੀ ਕੋਈ ਸਟੇਟਮੈਂਟ ਜਿਹੜੀ ਆ ਭਗਵੰਤ ਸਿੰਘ ਮਾਨ ਦੀ ਇਸ ਸੰਦਰਭ ਦੇ ਵਿੱਚ ਨਹੀਂ ਹੈ, ਤੇ ਨਾ ਹੀ ਕਦੀ ਆਮ ਆਦਮੀ ਪਾਰਟੀ ਦੇ ਬੁਲਾਰੇ ਨੇ ਇਸ ਮੁੱਦੇ ਨੂੰ ਕਦੇ ਛੇੜਨ ਦਾ ਯਤਨ ਕੀਤਾ। ਜਿਹੜੇ ਮਨਵਿੰਦਰ ਸਿੰਘ ਕੰਗ ਨੇ ਨਾ ਕਦੇ ਉਹਨਾਂ ਨੇ ਇਸ ਮੁੱਦੇ ਨੂੰ ਕਦੀ ਛੇੜਿਆ ਕਿ ਜਦੋਂ ਕਿ ਆਮ ਆਦਮੀ ਪਾਰਟੀ ਦੇ ਵਿਧਾਇਕ ਕੰਵਰ ਵਿਜੇ ਪ੍ਰਤਾਪ ਇਸ ਮੁੱਦੇ ਨੂੰ ਉਭਾਰ ਕੇ ਆਪਣੀ ਹੀ ਸਰਕਾਰ ਨੂੰ ਘੇਰਦੇ ਪਏ ਆ, ਤਾਂ ਸੁਖਵਿੰਦਰ ਜੀ ਫਿਰ ਤਾਂ ਕੁਦਰਤੀ ਤੌਰ ਤੇ ਇਹ ਆਉਣ ਵਾਲੇ ਸਮੇਂ ਦੇ ਵਿੱਚ ਕੁਝ ਨਾ ਕੁਝ ਅਜਿਹਾ ਹੋਵੇਗਾ ਕਿ ਜਿਹਦੇ ਨਾਲ ਆਮ ਆਦਮੀ ਪਾਰਟੀ ਦੀ ਸਰਕਾਰ ਦੀਆਂ ਮੁਸ਼ਕਲਾਂ ਜ਼ਰੂਰ ਵਧਣਗੀਆਂ। ਆਹ ਜਿਹੜੀ ਤੁਸੀਂ ਦੋ ਗੱਲਾਂ ਬੜੀਆਂ ਮਹੱਤਵਪੂਰਨ ਕੀਤੀਆਂ ਕਿ ਆਮ ਆਦਮੀ ਪਾਰਟੀ ਨੇ ਜਿਹੜਾ ਦਾਅ ਸੀ ਬੇਅਦਬੀਆਂ ਦੇ ਮੁੱਦੇ ਦੇ ਉੱਤੇ ਸਿਰਫ ਤੇ ਸਿਰਫ ਕੰਵਰ ਵਿਜੇ ਪ੍ਰਤਾਪ ਸਿੰਘ ਦੇ ਸਿਰ ਤੇ ਖੇਡਿਆ ਸੀ, ਤੇ ਲੋਕਾਂ ਨੇ ਵੀ ਜੇਕਰ ਫਤਵਾ ਦਿੱਤਾ ਨਾ ਇਹ 92 ਸੀਟਾਂ ਦਾ, ਤੇ ਸ਼ਾਇਦ ਉਸ ਦੇ ਵਿੱਚ ਕੰਵਰ ਵਿਜੇ ਪ੍ਰਤਾਪ ਦੀ ਜਿਹੜੀ ਭੂਮਿਕਾ ਸੀ ਸ਼ਾਇਦ ਉਹ ਵੀ ਇੱਕ ਮਹੱਤਵਪੂਰਨ ਰੋਲ ਅਦਾ ਕਰ ਗਈ, ਕਿਉਂਕਿ ਲੋਕਾਂ ਨੂੰ ਇਹ ਆਸ ਸੀ ਕਿ ਕੰਵਰ ਵਿਜੇ ਪ੍ਰਤਾਪ ਸਿੰਘ ਜਿਹੜਾ ਇਹ ਸਾਰੇ ਸਿਨੈਰੀਓ ਦੀ ਜਾਂਚ ਕਰਨ ਵਾਲਾ ਅਧਿਕਾਰੀ ਸੀ ਜਾਂ ਨਾਇਕ ਸੀ, ਉਹਨੂੰ ਕਿਸ ਤਰੀਕੇ ਨਾਲ ਬੇਇੱਜ਼ਤ ਕੀਤਾ ਗਿਆ ਕੈਪਟਨ ਸਰਕਾਰ ਦੇ ਵਿੱਚ,
ਉਸ ਬੰਦੇ ਨੇ ਅਸਤੀਫਾ ਦਿੱਤਾ ਤੇ ਹੁਣ ਉਹ ਆਮ ਆਦਮੀ ਪਾਰਟੀ 'ਚ ਆ ਗਿਆ ਤੇ ਸ਼ਾਇਦ ਆਮ ਆਦਮੀ ਪਾਰਟੀ 'ਚ ਆਣ ਕੇ ਉਹ ਇੱਕ ਅਜਿਹਾ ਕੰਮ ਕਰੇਗਾ ਕਿ ਜਿਹੜੇ ਬੇਅਦਬੀ ਦੇ ਜ਼ਿੰਮੇਵਾਰ ਲੋਕ ਨੇ ਉਹ ਸਲਾਖਾਂ ਦੇ ਪਿੱਛੇ ਹੋਣਗੇ ਤੇ ਆਮ ਆਦਮੀ ਪਾਰਟੀ ਉਸ ਦੇ ਨਾਲ ਤੁਰੂਗੀ। ਪਰ ਹੋਇਆ ਬਿਲਕੁਲ ਉਸ ਦੇ ਉਲਟ। ਅੱਜ ਖਬਰ ਵਿਜੇ ਪ੍ਰਤਾਪ ਫਿਰ ਸ਼ਾਇਦ ਆਪਣੇ ਆਪ ਨੂੰ ਠੱਗੇ ਹੋਏ ਮਹਿਸੂਸ ਕਰਦੇ ਹੋਣਗੇ, ਜਿਸ ਤਰੀਕੇ ਨਾਲ ਅਸੀਂ ਪਹਿਲਾਂ ਵੀ ਗੱਲਾਂ ਕੀਤੀਆਂ ਨੇ। ਸੋ ਆਉਂਦਿਆਂ ਦਿਨਾਂ ਦੇ ਵਿੱਚ ਭਗਵੰਤ ਸਿੰਘ ਮਾਨ ਦੀ ਸਰਕਾਰ ਦੀਆਂ ਮੁਸ਼ਕਲਾਂ ਜ਼ਰੂਰ ਵਧਦੀਆਂ ਨਜ਼ਰ ਆਉਣਗੀਆਂ ਜੀ। ਤਾਂ ਉਧਰ ਆਪਾਂ ਗੱਲ ਜਿਹੜੀ ਆ ਧਰਮਸੋਤ ਦੀ ਕਰ ਲੈਂਦੇ ਆ। ਧਰਮਸੋਤ ਜਿਹੜੇ ਪਿਛਲੇ ਕਈ ਦਿਨਾਂ ਤੋਂ ਗ੍ਰਿਫਤਾਰ ਕੀਤੇ ਹੋਏ ਆ, ਜੇਲ੍ਹ ਵੀ ਭੇਜੇ ਜਾ ਚੁੱਕਿਆ ਤੇ ਪਤਾ ਲੱਗਿਆ ਕਿ ਵਿਜੀਲੈਂਸ ਦੇ ਵੱਲੋਂ ਹੁਣ ਉਹਨਾਂ ਦੇ ਘਰ ਦੇ ਵਿੱਚ ਜਾ ਕੇ ਫੀਤੇ ਮਾਰੇ ਜਾ ਰਹੇ ਨੇ। ਗਿਣਤੀ ਮਿਣਤੀ ਜਿਹੜੀ ਉਹ ਕੀਤੀ ਜਾ ਰਹੀ ਹੈ। ਇਹ ਕਿਸ ਕਾਰਨ ਗਿਣਤੀ ਮਿਣਤੀ? ਕਿਤੇ ਜਿਵੇਂ ਕਹਿ ਰਹੇ ਆ ਭਗਵੰਤ ਸਿੰਘ ਮਾਨ ਕਿ ਭਾਈ ਅਸੀਂ ਇਹਨਾਂ ਭ੍ਰਿਸ਼ਟ ਲੋਕਾਂ ਦੀ ਜਾਇਦਾਦ ਜਿਹੜੀ ਨਿਲਾਮ ਕਰਕੇ ਪੈਸਾ ਸਰਕਾਰੀ ਖਜ਼ਾਨੇ 'ਚ ਲੈ ਕੇ ਆਵਾਂਗੇ, ਕਿਤੇ ਉਹੀ ਨਿਲਾਮ ਕਰਨ ਵਾਸਤੇ ਤਾਂ ਨਹੀਂ ਕਿਤੇ ਉਹਨਾਂ ਦੇ ਘਰ ਦੇ ਵਿੱਚ ਫੀਤੇ ਮਾਰੇ ਜਾ ਰਹੇ ਵਿਜੀਲੈਂਸ ਦੇ ਵੱਲੋਂ? ਇਹ ਸੁਖਵਿੰਦਰ ਜੀ, ਇਹ ਵਿਜੀਲੈਂਸ ਦੀ ਇੱਕ ਹੁੰਦੀ ਆ ਰਣਨੀਤੀ ਹੁੰਦੀ ਹੈ ਕਿ ਜਦੋਂ ਵੀ ਕਿਸੇ ਦੇ ਖਿਲਾਫ ਇਹੋ ਜਿਹਾ ਭ੍ਰਿਸ਼ਟਾਚਾਰੀ ਦਾ ਮੁਕੱਦਮਾ ਦਰਜ ਕੀਤਾ ਜਾਂਦਾ ਭ੍ਰਿਸ਼ਟਾਚਾਰ ਰੋਕੂ ਐਕਟ ਦੇ ਅਨੁਸਾਰ, ਤਾਂ ਉਸ ਵਕਤ ਫਿਰ ਉਸ ਦੀ ਜਾਇਦਾਦ, ਉਸ ਦਾ ਘਰ, ਉਸ ਦਾ ਮਕਾਨ ਸਾਰਿਆਂ ਦੀ ਫੀਤੇਮਾਰੀ ਕੀਤੀ ਜਾਂਦੀ ਆ। ਨਾਲ ਉਹਨਾਂ ਦੇ ਨਾਲ PWD ਦੇ ਅਧਿਕਾਰੀ ਹੁੰਦੇ ਨੇ, ਉਹਨਾਂ ਨੇ ਵੇਖਣਾ ਹੁੰਦਾ ਕਿ ਕਿੰਨਾ ਸੈਂਟੀਮੀਟਰ ਕੀ ਹੈ ਜਾਂ ਕੀ ਨਹੀਂ। ਇਹ ਸਾਰਾ ਉਸ ਵਿਅਕਤੀ ਦੇ ਖਿਲਾਫ ਇੱਕ ਤਕੜਾ ਅਸੀਂ ਕਹਿ ਸਕਦੇ ਕੇਸ ਬਣਾਉਣ ਦੇ ਮਨੋਰਥ ਦੇ ਨਾਲ ਇਹ ਜਿਹੜੀ ਪਲੈਨਿੰਗ ਜਿਹੜੀ ਆ ਇਹ ਕੀਤੀ ਜਾਂਦੀ ਆ। ਮੈਨੂੰ ਯਾਦ ਹੋਵੇਗਾ ਕਿ ਜਦੋਂ ਵਾਪਰਦਾ, ਤੁਹਾਨੂੰ ਯਾਦ ਹੋਵੇਗਾ ਕਿ ਜਦੋਂ ਪ੍ਰਕਾਸ਼ ਸਿੰਘ ਬਾਦਲ ਹੋਣਾ ਦੇ ਖਿਲਾਫ ਵਿਜੀਲੈਂਸ ਨੇ ਛਾਪੇ ਮਾਰੇ ਸੀ, ਤਾਂ ਬਾਲਾਸਰ ਜਿਹੜਾ ਫਾਰਮ ਸੀ ਆਪਣੇ ਪ੍ਰਕਾਸ਼ ਸਿੰਘ ਬਾਦਲ ਹੋਣਾ ਦਾ, ਉੱਥੇ ਜਾ ਕੇ ਵਿਜੀਲੈਂਸ ਦੇ ਅਧਿਕਾਰੀਆਂ ਨੇ ਜਿਹੜੇ ਉਸ ਵਕਤ ਰੋਪੜ ਦੇ SSP ਸਰਦਾਰ SP ਸਿੰਘ ਹੁੰਦੇ ਸੀ, ਨਾਂ ਉਹਦਾ ਮੈਨੂੰ ਯਾਦ ਨਹੀਂ, ਕੱਲਾ ਕੱਲਾ ਫੀਤਾ ਲੈ ਕੇ ਈਵਨ ਕਿ ਬਾਥਰੂਮ ਦੇ ਵਿੱਚ ਆ ਕੇ ਟੁੱਟੀਆਂ ਦੀਆਂ ਵੀ ਫੋਟੋਆਂ ਜਿਹੜੀਆਂ ਸੀ ਉਹਨਾਂ ਨੇ ਲੈ ਲਈਆਂ ਸੀ ਬਾਲਾਸਰ ਫਾਰਮ ਦੀਆਂ। ਸੋ ਵਿਜੀਲੈਂਸ ਨੇ ਬੜਾ ਕੁਝ ਉਸ ਸਮੇਂ ਦੇ ਵਿੱਚ ਵੀ ਇਹੋ ਜਿਹਾ ਹੀ ਕੀਤਾ ਜਿਹੋ ਜਿਹਾ ਹੁਣ ਇਹ ਵੀ ਹੋ ਸਕਦਾ ਸਰ, ਜਿਵੇਂ ਵੋਟਾਂ ਦੇ ਹਿਸਾਬ ਨਾਲ ਕੁਝ ਇਹ ਸਮਾਨ ਦੇ ਹਿਸਾਬ ਨਾਲ ਦੇਖਿਆ ਜਾਂਦਾ, ਜਿਵੇਂ ਆਮਦਨ ਤੋਂ ਵੱਧ ਜਾਇਦਾਦ ਦਾ ਮਾਮਲਾ ਹੁੰਦਾ, ਉਸੇ ਤਰੀਕੇ ਦੇ ਨਾਲ ਦੇਖਿਆ ਜਾਂਦਾ ਕਿ ਇਹ ਜੇ ਕੋਠੀ ਦੇ ਉੱਪਰ ਇੰਨੇ ਪੈਸੇ ਲੱਗੇ ਨੇ ਤਾਂ ਫਿਰ ਇੰਨੀ ਆਮਦਨ ਹੋਈ ਕਿੱਥੋਂ। ਇਸੇ ਕਰਕੇ ਵੀ ਇਹ ਜਿਹੜਾ ਕੀਤਾ ਜਾ ਸਕਦਾ, ਜਿਵੇਂ ਤੁਸੀਂ ਕਹਿ ਰਹੇ ਹੋ ਕੋਈ ਟੂਟੀਆਂ ਦੀ ਫੋਟੋ ਹੋਈ ਹੋ। ਉਧਰ ਹੀ ਪਤਾ ਸਾਨੂੰ ਕਿ ਇਹਦਾ ਮਤਲਬ ਮਨੋਰਥ ਸਿਰਫ ਇਹ ਹੁੰਦਾ ਕਿ ਉਸ ਤੇ ਆਮਦਨ ਦੇ ਵਸੀਲੇ ਤੇ ਇਸ ਬਿਲਡਿੰਗ ਦੇ ਉੱਤੇ ਲੱਗਾ ਜਿਹੜਾ ਮਟੀਰੀਅਲ ਆ, ਕੀ ਉਹ ਸਾਰਾ ਕੁਝ ਆਪਸ ਵਿੱਚ ਸਮਾਨਾਂਤਰ ਹੈ ਜਾਂ ਨਹੀਂ ਹੈ। ਸੋ ਇਸ ਕਾਰਨ ਹੀ ਸਾਧੂ ਸਿੰਘ ਧਰਮ ਸਿੰਘ ਦੀ ਧਰਮਸੋਤ ਦੀ ਜਿਹੜੀ ਕੋਠੀ ਆ ਉਹਦੇ ਉੱਤੇ ਵਿਜੀਲੈਂਸ ਦੇ ਅਧਿਕਾਰੀਆਂ ਵੱਲੋਂ ਤੇ ਨਾਲ PWD ਦੇ ਅਧਿਕਾਰੀਆਂ ਵੱਲੋਂ ਜਿਹੜਾ ਛਾਪਾਮਾਰੀ ਕੀਤੀ ਗਈ ਹੈ ਤੇ ਮਿਣਤੀ ਉਹਦੀ ਸ਼ੁਰੂ ਹੋ ਗਈ ਹੈ। ਕਹਿਣ ਦਾ ਅਰਥ ਇਹ ਆ ਕਿ ਉਸ ਦੇ ਦੁਆਲੇ ਜਿਹੜਾ ਸਕੰਜਾ ਆ ਉਹ ਹੋਰ ਕੱਸਿਆ ਜਾਣਾ ਸ਼ੁਰੂ ਹੋਇਆ। ਬਾਕੀ ਆਮ ਆਦਮੀ ਪਾਰਟੀ ਜਾਂ ਭਗਵੰਤ ਸਿੰਘ ਮਾਨ ਦਾ ਅਗਲੀ ਯੋਜਨਾ ਕੀ ਹੈ ਜਾਂ ਕੀ ਨਹੀਂ, ਉਹ ਤਾਂ ਆਉਣ ਵਾਲਾ ਸਮਾਂ ਦੱਸੇਗਾ। ਪਰ ਇਹਦੇ ਨਾਲ ਇਹ ਜ਼ਰੂਰ ਆ ਕਿ ਉਸ ਦੀਆਂ ਮੁਸ਼ਕਲਾਂ ਜਿਹੜੀਆਂ ਉਹ ਹੋਰ ਵਧਣਗੀਆਂ ਸਾਧੂ ਸਿੰਘ ਧਰਮਸੋਤ ਦੀਆਂ, ਕਿਉਂਕਿ ਜਦੋਂ ਵਿਜੀਲੈਂਸ ਜਾਂ ਫਿਰ ਦੂਜੇ ਡਿਪਾਰਟਮੈਂਟ ਇਹੋ ਜਿਹੀ ਜਾਂਚ ਕਰਦੇ ਆ ਤਾਂ ਫਿਰ ਸੁਖਵਿੰਦਰ ਜੀ ਕਿਸੇ ਵਿਅਕਤੀ ਨੂੰ ਕਿਸੇ ਮੌਕੇ ਤੇ ਵੀ ਫਸਾਇਆ ਜਾ ਸਕਦਾ। ਜਦੋਂ ਆਪਾਂ ਪ੍ਰੋਗਰਾਮ ਕਰ ਰਹੇ ਸਾਂ, ਨਾਲ ਹੀ ਪਤਾ ਲੱਗਾ ਕਿ ਰਾਤੀ 11 ਵਜੇ ਪੰਜਾਬ ਦਾ ਇੱਕ IAS ਅਧਿਕਾਰੀ ਸੰਜੇ ਪੋਪਲੀ ਨੂੰ ਵੀ ਰਿਸ਼ਵਤ ਦੇ ਕੇਸਾਂ ਦੇ ਵਿੱਚ ਪੰਜਾਬ ਪੁਲਿਸ ਨੇ ਮਾਫ ਕਰਦਾ ਵਿਜੀਲੈਂਸ ਨੇ ਗ੍ਰਿਫਤਾਰ ਕੀਤਾ। ਉਹ ਵੀ 1% ਮੰਗਦਾ ਸੀ। ਜਿਹੜਾ ਆਪਣੇ ਇੱਕ ਜਲੰਧਰ ਦੇ ਲਾਗੇ ਇਲਜ਼ਾਮ ਲੱਗੇ ਨਹੀਂ 1.7 ਲੱਖ ਦੀ ਉਹ ਕਮਿਸ਼ਨ ਮੰਗ ਰਿਹਾ ਸੀ ਠੇਕੇਦਾਰ ਤੋਂ, ਕਰਨਾਲ ਦੇ ਇੱਕ ਠੇਕੇਦਾਰ ਤੋਂ, ਜਿਹੜਾ ਉਸਨੇ ਦੇਣਾ ਸੀ ਪਲਾਂਟ ਜਿਹੜਾ ਮਨਜ਼ੂਰ ਕਰਨਾ ਸੀ। ਸੋ ਕਹਿਣ ਦਾ ਅਰਥ ਹੈ ਕਿ ਵਿਜੀਲੈਂਸ ਨੇ ਸੰਜੇ ਪੋਪਲੀ ਨੂੰ ਵੀ ਗ੍ਰਿਫਤਾਰ ਕੀਤਾ। ਕਹਿਣ ਦਾ ਅਰਥ ਹੈ ਕਿ ਇਸ ਵੇਲੇ ਜਿਹੜੀ ਭਗਵੰਤ ਸਿੰਘ ਮਾਨ ਦੀ ਜਿਹੜੀ ਸਰਕਾਰ ਆ ਕੇਵਲ ਭ੍ਰਿਸ਼ਟਾਚਾਰ ਨੂੰ ਰੋਕਣ ਦੇ ਤਹਿਤ ਜਿਹੜੀਆਂ ਕਾਰਵਾਈਆਂ ਕਰਦੀ ਪਈ ਆ, ਇਹਦੇ ਨਾਲ ਲੋਕਾਂ ਦੇ ਵਿੱਚ ਉਹ ਕੀ ਪ੍ਰਭਾਵ ਦੇਣਾ ਚਾਹੁੰਦੀ ਜਾਂ ਕੀ ਨਹੀਂ ਦੇਣਾ ਚਾਹੁੰਦੀ, ਇਹ ਤਾਂ ਆਉਣ ਵਾਲਾ ਸਮਾਂ ਦੱਸੇਗਾ। ਪਰ ਸੁਖਵਿੰਦਰ ਜੀ, ਜਿਹੜੇ ਮੁੱਦੇ, ਫਿਰ ਮੈਂ ਦੁਬਾਰਾ ਉਸੇ ਗੱਲ ਵੱਲ ਆਉਣਾ, ਜਿਹੜੇ ਮੁੱਦਿਆਂ ਦੇ ਉੱਤੇ ਇਹ ਆਮ ਆਦਮੀ ਪਾਰਟੀ ਦੀ ਸਰਕਾਰ ਹੋਂਦ ਵਿੱਚ ਆਈ ਸੀ, ਜੇਕਰ ਉਹਨਾਂ ਮੁੱਦਿਆਂ ਨੂੰ ਇਹ ਹੱਲ ਨਹੀਂ ਕਰਦੀ, ਬੇਸ਼ੱਕ ਸਾਧੂ ਸਿੰਘ ਧਰਮਸੋਤ ਨੂੰ ਫੜ ਲਏ, ਬੇਸ਼ੱਕ ਸੰਜੇ ਪੋਪਲੀ ਨੂੰ ਫੜ ਲਏ, ਬੇਸ਼ੱਕ ਹੋਰ ਕਿਸੇ ਵਿਅਕਤੀ ਨੂੰ ਫੜ ਲਏ, ਜਿੰਨਾ ਚਿਰ ਤੱਕ ਉਹ ਬੁਨਿਆਦੀ ਮੁੱਦੇ ਹੱਲ ਨਹੀਂ ਹੋਣਗੇ, ਲੋਕ ਕਦੇ ਵੀ ਆਮ ਆਦਮੀ ਪਾਰਟੀ ਦੀ ਕਾਰਜਸ਼ੈਲੀ ਤੋਂ ਸੰਤੁਸ਼ਟ ਨਹੀਂ ਹੋਣਗੇ। ਠੀਕ ਹੈ, ਬਿਲਕੁਲ ਚੱਲਣੇ ਚਾਹੀਦੇ ਆ ਵੀ ਮੁੱਦੇ ਜਿਹੜੇ ਭ੍ਰਿਸ਼ਟ ਲੋਕ ਨੇ ਉਹਨਾਂ ਨੂੰ ਫੜਨਾ ਚਾਹੀਦਾ, ਪਰ ਨਾਲ ਦੀ ਨਾਲ ਜਿਹੜੇ ਮੁੱਦਿਆਂ ਤੇ ਸਰਕਾਰ ਬਣੀ ਹੈ, ਇਹਦਾ ਮਤਲਬ ਇਹ ਨਹੀਂ ਕਿ ਇਹਨਾਂ ਮੁੱਦਿਆਂ ਦੇ ਪਿੱਛੇ ਤੁਸੀਂ ਉਹ ਮੁੱਦੇ ਹੀ ਲਕੋ ਲਵੋ। ਉਹ ਮੁੱਦਿਆਂ ਤੇ ਵੀ ਪੈਰਲਲ ਚੱਲਣਾ ਪਊਗਾ, ਸਗੋਂ ਦੀ ਉਹਨਾਂ ਮੁੱਦਿਆਂ ਨੂੰ ਪ੍ਰਾਇੋਰਟੀ ਦੇਣੀ ਪਊਗੀ, ਔਰ ਜਿਹੜੇ ਇਹ ਕੰਮ ਕੀਤੇ ਜਾ ਰਹੇ ਨੇ ਇਹਨਾਂ ਦੇ ਉੱਪਰ ਇਹਨਾਂ ਨੂੰ ਪੈਰਲਲ ਕੰਮ ਕਰਨਾ ਪਊਗਾ। ਔਰ ਇਹ ਨਹੀਂ ਕਿ ਸਰਕਾਰ ਇੱਕ ਪਾਸੇ ਹੋ ਲਵੇ ਤੇ ਪਿੱਛੇ ਦੂਜੇ ਜਿਹੜੇ ਆ ਉਹ ਕੰਮ ਚੱਕ ਦੇਣ ਆਪਦਾ,
ਸਾਰੇ ਪਾਸੇ ਨਜ਼ਰ ਰੱਖਣੀ ਪਊਗੀ, ਪੈਣੀ ਨਜ਼ਰ ਰੱਖਣੀ ਪਊਗੀ। ਜਿੱਧਰ ਵਾਅਦੇ ਕਰਕੇ ਆਇਆ, ਵੱਖ-ਵੱਖ ਗਰੰਟੀਆਂ ਦਿੱਤੀਆਂ ਨੇ, ਔਰ ਜਿਹੜੇ ਅਣਸੁਲਝੇ ਮਾਮਲੇ ਸੀ ਬੇਅਦਬੀ ਤੇ ਔਰ ਗੋਲੀਕਾਂਡਾਂ ਵਰਗੇ ਅਹਿਮ ਮੁੱਦੇ ਸੀਗੇ, ਉਹਨਾਂ ਦੇ ਉੱਪਰ ਵੀ ਧਿਆਨ ਦੇਣਾ ਪਊਗਾ ਔਰ ਜਲਦ ਤੋਂ ਜਲਦ ਹੱਲ ਕਰਨੇ ਪੈਣਗੇ। ਔਰ ਜਿੱਧਰ ਇਹ ਕੰਮ ਕੀਤੇ ਜਾ ਰਹੇ ਆ ਔਰ ਉਹ ਵੀ ਜ਼ਰੂਰੀ ਨੇ, ਪਰ ਇਹ ਨਹੀਂ ਕਿ ਤੁਸੀਂ ਇਹਨਾਂ ਦੇ ਪਿੱਛੇ ਉਹ ਮੁੱਦਿਆਂ ਨੂੰ ਹੀ ਲਕੋ ਲਵੋ। ਪਰ ਅਗਲੀ ਖਬਰ ਆਪਾਂ ਲੈ ਲੈਂਦੇ ਹਾਂ। ਅਗਲੀ ਖਬਰ ਵੀ ਅਜਿਹੀ ਹੀ ਖਬਰ ਹੈ, ਭਾਰਤ ਭੂਸ਼ਣ ਆਸ਼ੂ, ਜਿਨ੍ਹਾਂ ਦੇ ਉੱਪਰ ਪਿਛਲੀ ਸਰਕਾਰ ਦੇ ਵਿੱਚ ਬੜੇ ਤਰੀਕੇ ਦੇ ਇਲਜ਼ਾਮ ਲੱਗੇ, ਪਰ ਜਿਵੇਂ ਤੁਸੀਂ ਕਹਿੰਦੇ ਹੁੰਦੇ ਹੋ ਕਿ ਚਿੱਟਾਂ, ਕਲੀਨ ਚਿੱਟਾਂ ਜਿਹੜੀਆਂ ਕੈਪਟਨ ਅਮਰਿੰਦਰ ਸਿੰਘ ਦੇ ਜੇਬ ਦੇ ਵਿੱਚ ਹੁੰਦੀਆਂ ਸੀ ਤੇ ਉਹ ਕੱਢ ਕੇ ਆਪਣੇ ਮੰਤਰੀ ਨੂੰ ਕਲੀਨ ਚਿੱਟ ਦੇ ਦਿੰਦੇ ਹੁੰਦੇ ਸੀਗੇ, ਤਾਂ ਉਦੋਂ ਤਾਂ ਬਚਾਅ ਹੋ ਗਿਆ। ਹੁਣ ਕਹਿੰਦੇ ਕਿ ਭਾਰਤ ਭੂਸ਼ਣ ਆਸ਼ੂ ਦੇ ਉੱਪਰ ਪੈਣੀ ਨਜ਼ਰ ਵਿਜੀਲੈਂਸ ਅਤੇ ਭਗਵੰਤ ਸਿੰਘ ਮਾਨ ਦੀ ਹੈ। ਪਿਛਲੇ ਦਿਨੀ ਭਾਰਤ ਭੂਸ਼ਣ ਆਸ਼ੂ ਜਿਹੜੇ ਆ ਉਹ ਚਲੇ ਗਏ ਸੀਗੇ ਹਾਈ ਕੋਰਟ ਦੇ ਵਿੱਚ ਕਿ ਮੇਰੇ ਖਿਲਾਫ ਕਿਸੇ ਵੀ ਤਰੀਕੇ ਦੀ ਜਾਂਚ ਹੋਣ ਤੋਂ ਪਹਿਲਾਂ, ਮੇਰੀ ਗ੍ਰਿਫਤਾਰੀ ਕਰਨ ਤੋਂ ਪਹਿਲਾਂ 7 ਦਿਨ ਦਾ ਜਿਹੜਾ ਨੋਟਿਸ ਉਹ ਦਿੱਤਾ ਜਾਵੇ, ਤੇ ਉਹ ਨੋਟਿਸ ਦੇ ਉੱਤੇ ਜਿਹੜਾ ਉਹ ਫੈਸਲਾ ਅੱਜ ਕੋਰਟ ਦੇ ਵਿੱਚੋਂ ਆਉਣਾ। ਅਣਖੀ ਸਾਹਿਬ, ਕੀ ਲੱਗਦਾ ਕਿ ਕਿਹੋ ਜਿਹਾ ਫੈਸਲਾ ਆ ਸਕਦਾ ਹੈ? ਔਰ ਦੂਜੇ ਪਾਸੇ ਸਾਧੂ ਸਿੰਘ ਧਰਮਸੋਤ ਜਿਹੜਾ ਉਹ ਚੱਕਿਆ ਵੀ ਗਿਆ। ਸਾਧੂ ਸਿੰਘ ਧਰਮਸੋਤ ਦੇ ਜਿਹੜੇ ਕਈ ਤਰੀਕੇ ਦੇ ਕਹਿੰਦੇ ਸਬੂਤ ਵੀ ਮਿਲ ਗਏ, ਪਰ ਸਾਧੂ ਸਿੰਘ ਧਰਮਸੋਤ ਆ ਜਿਹੜਾ ਉਹ ਇਹੀ ਗੱਲਾਂ ਕਹਿੰਦਾ ਰਿਹਾ ਕਿ ਭਾਈ ਮੈਂ ਪੂਰਾ ਸਹਿਯੋਗ ਕਰੂੰਗਾ, ਮੈਨੂੰ ਕੋਈ ਚੱਕਰ ਨਹੀਂ, ਮੇਰੇ ਖਿਲਾਫ ਜਿਹੜੀ ਮਰਜ਼ੀ ਜਾਂਚ ਕਰ ਲਓ। ਜਦੋਂ ਤੱਕ ਉਹ ਗ੍ਰਿਫਤਾਰ ਨਹੀਂ ਸੀ ਹੋਇਆ, ਉਹ ਸਿੱਧੇ ਤੌਰ ਤੇ ਚੈਲੰਜ ਕਰਦਾ ਰਿਹਾ ਸੁਖਬੀਰ ਬਾਦਲ ਨੂੰ, ਜਿਵੇਂ ਸੁਖਬੀਰ ਬਾਦਲ ਨੇ ਕੀਤਾ ਕਿ ਜੇ ਮੇਰੇ ਸੁਖ ਵਿਲਾਸ ਦੇ ਉੱਪਰ ਕੋਈ ਕਿਸੇ ਤਰੀਕੇ ਦੀ ਕੋਈ ਗਲਤ ਹੈਗੀ ਆ ਗੱਲ ਤਾਂ ਉਹ ਕੱਢ ਕੇ ਆਉਣ। ਉਵੇਂ ਹੀ ਧਰਮਸੋਤ ਕਹਿੰਦੇ ਰਹੇ ਆ ਕਿ ਭਾਈ ਮੇਰਾ ਜਿਹੜੀ ਮਰਜ਼ੀ ਜਾਂਚ ਕਰ ਲੈਣ, ਮੈਂ ਤਾਂ ਗਲਤ ਹੈ ਹੀ ਨਹੀਂ, ਬੇਸ਼ੱਕ ਉਦੋਂ ਸਬੂਤ ਮਿਲੇ। ਪਰ ਇੱਧਰ ਤਾਂ ਇਹਨੂੰ ਕੀ ਡਰ ਪੈ ਗਿਆ, ਜੇ ਤੁਸੀਂ ਸਹੀ ਹੋ ਤਾਂ ਤੂੰ ਵੀ ਕਹਿ ਦੇ, ਭਾਰਤ ਭੂਸ਼ਣ ਆਸ਼ੂ ਵੀ ਕਹਿ ਦੇਵੇ ਕਿ ਜੇ ਮੈਂ ਗਲਤ ਹਾਂ ਤਾਂ ਮੈਨੂੰ ਜਿਹੜੀ ਉਹ ਸਜ਼ਾ ਦੇ ਦਿਓ। ਪਰ ਭਾਰਤ ਭੂਸ਼ਣ ਆਸ਼ੂ ਜਿਹੜੇ ਪਹੁੰਚ ਗਏ ਹਾਈ ਕੋਰਟ, ਕਿਤੇ ਨਾ ਕਿਤੇ ਜਿਵੇਂ ਭਗਵੰਤ ਮਾਨ ਕਹਿੰਦੇ ਮਨ ਦੇ ਵਿੱਚ ਚੋਰ ਹੈ। ਔਰ ਕੀ ਲੱਗਦਾ ਹੈ ਕਿ ਹਾਈ ਕੋਰਟ ਰਾਹਤ ਦੇ ਸਕਦਾ ਹੈ ਜਾਂ ਨਹੀਂ? ਸੁਖਵਿੰਦਰ ਜੀ, ਭਾਰਤ ਭੂਸ਼ਣ ਆਸ਼ੂ ਦੀ ਜੇ ਤੁਸੀਂ ਗੱਲ ਕਰੋ, ਇਹ ਉਹ ਵਿਅਕਤੀ ਹੈ ਜਿਹੜਾ ਹਾਈ ਕੋਰਟ ਨੂੰ ਵੀ ਕੇਸ ਸਮੇਂ ਕੱਖ ਨਹੀਂ ਸਮਝਦਾ ਰਿਹਾ। ਤੁਹਾਨੂੰ ਯਾਦ ਹੋਵੇ ਕਿ ਡੀਐਸਪੀ ਸੇਖੋਂ ਲੁਧਿਆਣੇ ਦੇ ਹੁੰਦੇ ਸੀ ਤੇ ਇੱਕ ਵਾਰੀ ਆਡੀਓ ਇਹਨਾਂ ਦਾ ਵਾਇਰਲ ਹੋਇਆ ਸੀ, ਇੱਕ ਸੜਕ ਦਾ ਮੁੱਦਾ ਸੀ ਤੇ ਇਹਨੇ ਇੰਨੀ ਗੱਲ ਕਹੀ ਸੀ ਆਸ਼ੂ ਨੇ ਕਿ ਜਾ ਕੇ ਤੂੰ ਹਾਈ ਕੋਰਟ ਨੂੰ ਕਹਿ ਦੇ ਕਿ ਮੰਤਰੀ ਨਹੀਂ ਬਣਦਾ। ਮਤਲਬ ਇੰਨਾ ਚੰਬੜਿਆ ਹੋਇਆ ਉਸ ਵਕਤ ਤਾਕਤ ਦੇ ਨਸ਼ੇ ਦੇ ਵਿੱਚ ਸੀ। ਤੇ ਅਜੇ ਭਗਵੰਤ ਸਿੰਘ ਮਾਨ ਦੀ ਸਰਕਾਰ ਨੇ ਇਹਦੇ ਖਿਲਾਫ ਅਜੇ ਕੋਈ ਜਾਂਚ ਸ਼ੁਰੂ ਕੀਤੀ ਕਿ ਨਹੀਂ ਕੀਤੀ, ਸਭ ਤੋਂ ਪਹਿਲਾਂ ਇਸ ਨੇ ਭੱਜਣਾ ਜਿਹੜਾ ਉਹ ਸ਼ੁਰੂ ਕਰ ਦਿੱਤਾ ਔਰ ਭੱਜ ਕੇ ਉਸੇ ਹਾਈ ਕੋਰਟ ਦੀ ਸ਼ਰਨ 'ਚ ਗਿਆ ਕਿ ਜਿੱਥੇ ਜਿਹਨੂੰ ਕਹਿੰਦਾ ਹੁੰਦਾ ਕਿ ਜਾ ਕੇ ਹਾਈ ਕੋਰਟ ਨੂੰ ਕਹਿ ਦੇ ਕਿ ਮੰਤਰੀ ਨਹੀਂ ਬਣਦਾ। ਹੁਣ ਵਿਅਕਤੀ ਦੀ ਇਹ ਆਪਣੇ ਸੁਖਿੰਦਰ ਜੀ ਕਈ ਵਾਰੀ ਅਸੀਂ ਗੱਲ ਕਰਦੇ ਹਾਂ ਕਿ ਬੰਦਾ ਨਹੀਂ ਕੰਬਦਾ, ਬੰਦਾ ਨਹੀਂ ਡਰਦਾ, ਬੰਦੇ ਦੇ ਪਾਪ ਜਿਹੜੇ ਨੇ ਉਹ ਡਰਦੇ ਆ, ਬੰਦੇ ਦੇ ਪਾਪ ਜਿਹੜੇ ਉਹ ਕੰਬਦੇ ਆ। ਤੇ ਜੇਕਰ ਹੁਣ ਇਹ ਵਿਅਕਤੀ ਆਪਣੀ ਉਸ ਸੰਭਾਵਿਤ ਗ੍ਰਿਫਤਾਰੀ ਤੋਂ ਬਚਣ ਵਾਸਤੇ ਹਾਈ ਕੋਰਟ ਦੀ ਸ਼ਰਨ 'ਚ ਗਿਆ ਤਾਂ ਠੀਕ, ਹਾਈ ਕੋਰਟ ਨੇ ਸੁਣਨਾ, ਹਾਈ ਕੋਰਟ ਦਾ ਫਰਜ਼ ਆ ਜਾਂ ਹਾਈ ਕੋਰਟ ਦੀ ਡਿਊਟੀ ਆ, ਔਰ ਉਹਨੇ ਹਰ ਵਿਅਕਤੀ ਦਾ ਪੱਖ ਜਿਹੜਾ ਸੁਣਨਾ। ਤੇ ਹਰ ਵਿਅਕਤੀ ਨੂੰ ਕਾਨੂੰਨੀ ਹੱਕ ਹੈਗਾ, ਸੰਵਿਧਾਨਕ ਹੱਕ ਆ ਕਿ ਉਹ ਆਪਣੇ ਨਾਲ ਹੁੰਦੀ ਕਿਸੇ ਵੀ ਵਧੀਕੀ, ਕਿਸੇ ਵੀ ਬੇਇਨਸਾਫੀ ਜੋ ਸਮਝਦਾ ਉਹਦੇ ਅਨੁਸਾਰ ਉਹਦੇ ਵਿਰੁੱਧ ਉਹ ਹਾਈ ਕੋਰਟ 'ਚ ਜਾ ਸਕਦਾ। ਬਾਕੀ ਇਹ ਹਾਈ ਕੋਰਟ ਨੇ ਦੇਖਣਾ ਕਿ ਇਸ ਮੁੱਦੇ ਤੇ ਇਹਨੂੰ ਰਾਹਤ ਦੇਣੀ ਹੈ ਜਾਂ ਨਹੀਂ ਦੇਣੀ। ਹੁਣ ਜਿਸ ਤਰੀਕੇ ਨਾਲ ਭਾਰਤ ਭੂਸ਼ਣ ਆਸ਼ੂ ਨੇ ਉੱਥੇ ਪਟੀਸ਼ਨ ਜਿਹੜੀ ਦਾਇਰ ਕੀਤੀ ਆ, ਇੱਕ ਤਾਂ ਮੈਨੂੰ ਗ੍ਰਿਫਤਾਰੀ ਤੋਂ ਪਹਿਲਾਂ 7 ਦਿਨ ਪਹਿਲਾਂ ਮੈਨੂੰ ਦੱਸਿਆ ਜਾਵੇ ਤਾਂ ਮੈਨੂੰ ਜਾਂਚ ਦੇ ਵਿੱਚ ਸ਼ਾਮਲ ਕੀਤਾ ਜਾਵੇ। ਇਹ ਉਸੇ ਤਰੀਕੇ ਦੀ ਜਿਹੜੀ ਪਟੀਸ਼ਨ ਮੈਨੂੰ ਲੱਗਦੀ ਹੈ ਜਿਸ ਤਰ੍ਹਾਂ ਬਿਕਰਮਜੀਤ ਸਿੰਘ ਮਜੀਠੀਆ ਨੇ ਵੀ ਆਪਣੇ ਖਿਲਾਫ ਇੱਕ ਵਾਰੀ ਜਦੋਂ ਪਤਾ ਲੱਗਾ ਕਿ ਉਹਦੇ ਖਿਲਾਫ ਪਰਚਾ ਦਰਜ ਹੋਣ ਵਾਲਾ, ਉਸਨੇ ਵੀ ਹਾਈ ਕੋਰਟ ਦੇ ਵਿੱਚ ਜਾ ਕੇ ਸ਼ਰਨ ਲਈ ਸੀ ਤੇ ਇੰਨੀ ਗੱਲ ਕਹੀ ਸੀ ਕਿ ਮੈਨੂੰ ਇਸ ਜਾਂਚ ਦੇ ਵਿੱਚ ਸ਼ਾਮਲ ਕੀਤਾ ਜਾਵੇ। ਕਿਉਂ ਤੈਨੂੰ ਉਹ ਜਾਂਚ ਦੇ ਵਿੱਚ ਸ਼ਾਮਲ ਕਰ, ਹਾਈ ਕੋਰਟ ਨੇ ਕੋਈ ਰਾਹਤ ਜਿਹੜੀ ਸੀ ਬਿਕਰਮਜੀਤ ਸਿੰਘ ਮਜੀਠੀ ਨੂੰ ਉਸ ਸੰਬੰਧ ਵਿੱਚ ਨਹੀਂ ਸੀ ਦਿੱਤੀ। ਹੁਣ ਭਾਰਤ ਭੂਸ਼ਣ ਆਸ਼ੂ ਹੁਣੀ ਵੀ ਗਏ ਨੇ ਕੋਰਟ ਦੇ ਵਿੱਚ ਕਿ ਮੈਂ ਜੀ ਵੇਖੋ ਜੀ ਹਰ ਜਾਂਚ ਵਾਸਤੇ ਤਿਆਰ ਹਾਂ। ਜੇ ਤੁਸੀਂ ਜਾਂਚ ਵਾਸਤੇ ਤਿਆਰ ਜੇ ਜਿਸ ਤਰੀਕੇ ਨਾਲ ਸਾਧੂ ਸਿੰਘ ਧਰਮਸੋਤ ਕਹਿੰਦਾ ਰਿਹਾ ਜਾਂ ਬਾਕੀ ਲੋਕ ਕਹਿੰਦੇ ਨੇ ਗ੍ਰਿਫਤਾਰੀਆਂ ਤੋਂ ਪਹਿਲਾਂ, ਤਾਂ ਫਿਰ ਡਰ ਕਾਹਦਾ, ਫਿਰ ਜਾ ਕੇ ਫੇਸ ਕਰਨਾ ਚਾਹੀਦਾ। ਤੁਸੀਂ ਇਹ ਹਿਸਾਬ ਲਾ ਲਓ ਕਿ ਬਿਕਰਮਜੀਤ ਸਿੰਘ ਮਜੀਠੀਆ ਜਦੋਂ ਜੇਲ੍ਹ 'ਚ ਜਾਣ ਤੋਂ ਪਹਿਲਾਂ ਕਹਿੰਦੇ ਹੁੰਦੇ ਸੀ ਗੱਲ ਹੀ ਕੋਈ ਨਹੀਂ, ਅਸੀਂ ਬਿਲਕੁਲ ਸਾਥ ਦੇਵਾਂਗੇ, ਇਨਸਾਫ ਦੇਵਾਂਗੇ। ਤੇ ਜਦੋਂ ਵਾਰੰਟ ਜਾਰੀ ਹੋਏ ਤਾਂ ਬੜਾ ਚਿਰ ਪੁਲਿਸ ਦੇ ਹੱਥ ਹੀ ਨਹੀਂ ਸੀ ਆਏ। ਫਿਰ ਇਲੈਕਸ਼ਨ ਜਦੋਂ ਦੇਣੀ ਸੀ ਉਸ ਵਕਤ ਵਿਅਕਤੀ ਸਾਹਮਣੇ ਆਇਆ। ਸੋ ਜੇਲ੍ਹ ਦਾ ਡਰ ਤਾਂ ਸਾਰਿਆਂ ਨੂੰ ਹੁੰਦਾ। ਬਾਕੀ ਦੀ ਭਾਰਤ ਭੂਸ਼ਣ ਆਸ਼ੂ ਦੀ ਗੱਲ ਮੈਂ ਫਿਰ ਗੱਲ ਕਰਨ ਲੱਗਾ ਕਿ ਜਿੰਨਾ ਇਹ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਦੇ ਸਮੇਂ ਚੰਬੜਿਆ ਹੋਇਆ, ਜਿਸ ਤਰੀਕੇ ਨਾਲ ਇਹਨੇ ਚੰਮ ਦੀਆਂ ਚਲਾਈਆਂ, ਕਿਤੇ ਨਾ ਕਿਤੇ ਸੁਖਵਿੰਦਰ ਜੀ ਫਿਰ ਹਿਸਾਬ ਤਾਂ ਉਹਦਾ ਦੇਣਾ ਹੀ ਪਊਗਾ ਨਾ। ਹਾਲਾਂਕਿ ਮੈਨੂੰ ਇਸ ਤਰ੍ਹਾਂ ਲੱਗਦਾ ਕਿ ਆਮ ਆਦਮੀ ਪਾਰਟੀ ਦੇ ਰਡਾਰ ਤੇ ਭਾਰਤ ਭੂਸ਼ਣ ਆਸ਼ੂ ਨਹੀਂ ਹੈਗਾ। ਕੇਵਲ ਇਸ ਨੂੰ ਡਰਾਇਆ ਹੀ ਇਹਨਾਂ ਕੁ ਜਾ ਰਿਹਾ, ਧਮਕਾਇਆ ਹੀ ਇਹਨਾਂ ਕੁ ਜਾ ਰਿਹਾ, ਇਹ ਆਪ ਹੀ ਭੱਜੀ ਜਾਣ ਡਿਆ
ਭਾਰਤ ਭੂਸ਼ਣ ਸਭ ਆਸ਼ੂ ਤੋਂ ਦਾ ਜ਼ਿਆਦਾ ਨਾਮ ਤਾਂ ਲੈ ਕੇ ਜੇ ਕਿਸੇ ਤੇ ਇਲਜ਼ਾਮ ਅਣਖੀ ਸਾਹਿਬ ਲੱਗੇ ਆ, ਆਸ਼ੂ ਦਾ ਤਾਂ ਵਰਲਡ ਰਿਕਾਰਡ ਹੀ ਹੈ। ਸਭ ਤੋਂ ਵੱਧ ਇਲਜ਼ਾਮ ਹੀ ਇਹਦੇ ਤੇ ਲੱਗੇ ਆ ਪਿਛਲੀ ਸਰਕਾਰ ਦੇ ਵਿੱਚ ਭ੍ਰਸ਼ਟਾਚਾਰ ਦੇ। ਸਭ ਤੋਂ ਵੱਧ ਇਲਜ਼ਾਮ ਜਿਹੜੇ ਉਹ ਲੱਗੇ ਨੇ। ਤਾਂ ਫਿਰ ਜੇ ਆਸ਼ੂ ਰਡਾਰ ਤੇ ਨਹੀਂ ਤਾਂ ਫਿਰ ਦੂਜੇ ਮੰਤਰੀ ਰਡਾਰ ਤੇ ਕਿਉਂ ਨੇ? ਸਭ ਤੋਂ ਪਹਿਲਾਂ ਤਾਂ ਰਡਾਰ ਤੇ ਭਾਰਤ ਭੂਸ਼ਣ ਆਸ਼ੂ ਹੋਣੇ ਚਾਹੀਦੇ ਆ, ਜੀ ਜਿਹੜੇ ਹਿਸਾਬ ਦੇ ਨਾਲ ਇਹਨਾਂ ਦੇ ਉੱਪਰ ਇਲਜ਼ਾਮਬਾਜ਼ੀ ਹੋਈ ਹੈ। ਸੁਖਵਿੰਦਰ ਜੀ, ਜਿਹੜੀ ਆਮ ਆਦਮੀ ਪਾਰਟੀ ਦੀ ਕਾਰਜਸ਼ੈਲੀ ਆ, ਉਹ ਕਾਰਜਸ਼ੈਲੀ ਬੜੀ ਅਲੱਗ ਤਰ੍ਹਾਂ ਦੀ ਹੈ। ਨਾਮ ਕਿਸੇ ਦਾ ਚਰਚਾਵਾਂ 'ਚ ਹੁੰਦਾ, ਗ੍ਰਿਫਤਾਰੀ ਕਿਸੇ ਦੀ ਹੁੰਦੀ ਆ, ਚੁੱਕ ਕੋਈ ਬੰਦਾ ਲਿਆ ਜਾਂਦਾ। ਮੈਂ ਉਸ ਸੰਬੰਧ ਦੇ ਵਿੱਚ ਗੱਲ ਕਰ ਰਿਹਾ, ਕਿਉਂਕਿ ਭਾਰਤ ਭੂਸ਼ਣ ਆਸ਼ੂ ਤੇ ਹੁਣ ਭੱਜ ਪਿਆ। ਜਿਸ ਤਰ੍ਹਾਂ ਸਰਕਾਰ ਨੇ ਭਜਾਉਣਾ ਸੀ, ਉਹ ਭੱਜ ਪਿਆ, ਚੱਲ ਪਈ ਤੂੰ ਅੱਗੇ ਅੱਗੇ। ਜਿੱਦਣ ਸਰਕਾਰ ਨੇ ਇਸ ਨੂੰ ਫੜਨਾ, ਇਹਨੂੰ ਫੜ ਹੀ ਲੈਣਾ, ਕਿਉਂਕਿ ਜਿਸ ਤਰੀਕੇ ਨਾਲ ਤੁਸੀਂ ਕਹਿ ਰਹੇ ਜੇ ਕਿ ਸਭ ਤੋਂ ਜ਼ਿਆਦਾ ਵੱਧ ਇਲਜ਼ਾਮ ਇਹਦੇ ਉੱਤੇ ਲੱਗੇ, ਵਾਕਿਆ ਹੀ ਲੱਗੇ, ਸਾਰੀ ਦੁਨੀਆ ਜਾਣਦੀ ਹੈ। ਪਰ ਜਿਸ ਤਰੀਕੇ ਨਾਲ ਇਹਨੇ ਭੱਜਣਾ ਸ਼ੁਰੂ ਕਰ ਦਿੱਤਾ, ਸਰਕਾਰ ਨੇ ਅਜੇ ਇਹਦੇ ਖਿਲਾਫ ਕੋਈ ਜਾਂਚ ਦੇ ਆਦੇਸ਼ ਦਿੱਤੇ ਆ ਨਹੀਂ ਦਿੱਤੇ, ਇੱਕ ਅਲੱਗ ਵਿਸ਼ਾ। ਪਰ ਜਿਹੜੀ ਸਰਕਾਰ ਆ ਇਹਦੇ ਪ੍ਰਤੀ ਅਜੇ ਉਨੀ ਗੰਭੀਰ ਨਜ਼ਰ ਨਹੀਂ ਆ ਰਹੀ ਜਿੰਨਾ ਗੰਭੀਰ ਭਾਰਤ ਭੂਸ਼ਣ ਆਸ਼ੂ ਆਪਣੇ ਪ੍ਰਤੀ ਆਪੇ ਭੱਜਾ ਦੌੜਾ ਫਿਰਦਾ ਪਿਆ। ਤੇ ਸਰਕਾਰ ਦੀ ਨੀਤੀ ਕੀ ਆ ਕਿ ਇਸ ਨੂੰ ਭਜਾਓ, ਗ੍ਰਿਫਤਾਰ ਕੋਈ ਹੋਰ ਬੰਦਾ ਕਰ ਲਓ। ਜੋ ਮੈਨੂੰ ਲੱਗਦਾ ਗ੍ਰਿਫਤਾਰੀ ਹੋਏਗੀ ਇਹਦੀ ਵੀ। ਜਿਸ ਤਰੀਕੇ ਨਾਲ ਭਗਵੰਤ ਸਿੰਘ ਮਾਨ ਨੇ 3 ਜਾਂ 4 ਮੰਤਰੀਆਂ ਦੀ ਗੱਲ ਕੀਤੀ, ਉਹਨਾਂ ਦੇ ਰਡਾਰ ਤੇ ਨਹੀਂ। ਹੁਣ ਇਹ ਬੰਦੇ ਨਸ਼ਰ ਹੋ ਗਏ। ਤ੍ਰਿਪਤ ਰਜਿੰਦਰ ਸਿੰਘ ਬਾਜਵੇ ਦਾ ਨਾਮ ਵੀ ਆ ਗਿਆ ਤੇ ਦੂਜੇ ਪਾਸੇ ਭਾਰਤ ਭੂਸ਼ਣ ਆਸ਼ੂ ਦਾ ਨਾਮ ਵੀ ਆ ਗਿਆ। ਹੁਣ ਇਸ ਵੇਲੇ ਪੂਰਨ ਤੌਰ ਤੇ ਚੁੱਪ ਛਾਈ ਹੈ। ਤੂਫਾਨ ਤੋਂ ਪਹਿਲਾਂ ਦੀ ਸ਼ਾਂਤੀ। ਚੁੱਕ ਕਿਹੜਾ ਲਿਆ? ਜੋਗਿੰਦਰਪਾਲ ਚੁੱਕ ਲਿਆ। ਹੁਣ ਜਿਸ ਤਰੀਕੇ ਨਾਲ ਭਾਰਤ ਭੂਸ਼ਣ ਆਸ਼ੂ ਅੱਜ ਉਹਦੀ ਸੁਣਵਾਈ ਹਾਈ ਕੋਰਟ 'ਚ ਹੋਣੀ ਆ, ਮੈਨੂੰ ਲੱਗਦਾ ਕਿ ਸ਼ਾਮ ਤੱਕ ਭਾਵੇਂ ਕਿਸੇ ਹੋਰ ਵਿਅਕਤੀ ਨੂੰ ਹੱਥ ਪਾਇਆ ਹੋਵੇ, ਭਾਰਤ ਭੂਸ਼ਣ ਆਸ਼ੂ ਨੂੰ ਹੱਥ ਪਾਉਣਗੇ ਜ਼ਰੂਰ, ਪਰ ਅਜੇ ਥੋੜਾ ਜਿਹਾ ਠਹਿਰ ਕੇ ਅਜੇ ਉਹਨੂੰ ਭਜਾਉਣਗੇ ਮੂੰਗ ਦੇ ਵਿੱਚ। ਤੁਹਾਡਾ ਪ੍ਰਸ਼ਨ ਇਹ ਸੀ ਕਿ ਹਾਈ ਕੋਰਟ ਉਸ ਨੂੰ ਰਾਹਤ ਦੇ ਸਕਦੀ ਹੈ ਕਿ ਨਹੀਂ ਦੇ ਸਕਦੀ। ਅਜੇ ਤੱਕ ਸੁਖਵਿੰਦਰ ਜੀ ਭਾਰਤ ਭੂਸ਼ਣ ਆਸ਼ੂ ਤੇ ਕੋਈ FIR ਲਾਂਚ ਨਹੀਂ ਹੋਈ, ਕੋਈ ਪਰਚਾ ਦਰਜ ਨਹੀਂ ਹੋਇਆ। ਕੇਵਲ ਉਸ ਵਿਰੁੱਧ ਜਿਹੜੀ ਜਾਂਚ ਆ ਉਹ ਚੱਲਦੀ ਪਈ ਆ। ਜਾਂਚ ਕੋਈ ਵੀ ਕਿਸੇ ਦੇ ਖਿਲਾਫ ਕਰ ਸਕਦਾ। ਹੁਣ ਇਹ ਨਹੀਂ ਕਹਿ ਸਕਦਾ ਕਿ ਹਾਂ ਵੀ ਮੇਰੇ ਖਿਲਾਫ ਜਾਂਚ ਡੱਕੀ ਜਾਵੇ। ਉਸਨੇ ਇਹ ਕਿਹਾ ਕਿ ਮੈਨੂੰ ਜਾਂਚ ਦੇ ਵਿੱਚ ਸ਼ਾਮਲ ਕਰੋ। ਹੁਣ ਇਹ ਹਾਈ ਕੋਰਟ ਨੇ ਵੇਖਣਾ ਜਾਂ ਸਰਕਾਰ ਦਾ ਪੱਖ ਹੋਏਗਾ ਕਿ ਸਰਕਾਰ ਉੱਤੇ ਆਪਣਾ ਪੱਖ ਜਾ ਕੇ ਕੀ ਪੇਸ਼ ਕਰਦੀ ਆ, ਉਸ ਆਧਾਰ ਤੇ ਇਹਦਾ ਫੈਸਲਾ ਜਿਹੜਾ ਹੋਏਗਾ। ਬਾਕੀ ਅਜੇ ਜੇਕਰ ਤੁਸੀਂ ਕਹੋਗੇ ਇਹਨੂੰ ਗ੍ਰਿਫਤਾਰੀ ਦੇ ਰੋਕ, ਉਹੋ ਜਿਹਾ ਫੈਸਲਾ ਮੇਰਾ ਨਹੀਂ ਖਿਆਲ ਹਾਈ ਕੋਰਟ ਦੇ ਹੱਕ ਵਿੱਚ ਦੇਵੇ, ਕਿਉਂਕਿ ਅਜੇ ਤਾਂ ਕੁਝ ਪਰਚਾ ਵੀ ਦਰਜ ਜਿਹੜਾ ਕਿਤੇ ਕੋਈ ਨਹੀਂ ਹੋਏਗਾ। ਜੀ ਸਾਹਿਬ ਤੁਸੀਂ ਸਾਡੇ ਨਾਲ ਪ੍ਰੋਗਰਾਮ ਨਾਲ ਜੁੜੇ, ਤੁਹਾਡਾ ਬਹੁਤ ਬਹੁਤ ਧੰਨਵਾਦ। ਬਹੁਤ ਬਹੁਤ ਸ਼ੁਕਰੀਆ ਸੁਖਵਿੰਦਰ ਜੀ। ਸਨ ਪ੍ਰੋਫੈਸਰ ਮਨਜੀਤ ਸਿੰਘ ਅਣਖੀ ਸਾਹਿਬ, ਜਿਨ੍ਹਾਂ ਦੇ ਵੱਲੋਂ ਇਹਨਾਂ ਅਹਿਮ ਖਬਰਾਂ ਦੇ ਉੱਪਰ ਸਾਡੇ ਨਾਲ ਗੱਲਬਾਤ ਕੀਤੀ ਗਈ ਹੈ। ਉਮੀਦ ਕਰਦੇ ਹਾਂ ਕਿ ਅਣਖੀ ਸਾਹਿਬ ਦੇ ਨਾਲ ਕੀਤੀ ਗੱਲਬਾਤ ਤੁਹਾਨੂੰ ਜ਼ਰੂਰ ਪਸੰਦ ਆਈ ਹੋਊ। ਦੁਬਾਰਾ ਫਿਰ ਮਿਲਾਂਗੇ ਇਸ ਪ੍ਰੋਗਰਾਮ ਦੇ ਵਿੱਚ। ਤਦ ਤੱਕ ਦਿਓ ਇਜਾਜ਼ਤ। ਧੰਨਵਾਦ।